सतनाम वाहिगुरु साहिब जीओ। जैसे जल ते बुध बुधा उपजै बिनसै नीत। जग रचना तैसे रची कहो नानक सुन मीत। जैसे जल ते बुध बुधा उपजै बिनसै नीत। जग रचना तैसे रची कहो नानक सुन मीत। प्राणी कछु न चितई मद माया कै अंध। कहो नानक बिन हर भजन परत ताहि जम फंद। प्राणी कछु न चेतई मद माया कै अंध। कहो नानक बिन हर भजन परत ताहि जम फंद। वाहिगुरु जी का खालसा वाहिगुरु जी की फतेह। सतगुरु गरीब नवाज दीन दुनिया दे मालक सर्व कला समर्थ श्री गुरु ग्रंथ साहिब पातशाह जी दे चरणों विच जुड़ बैठे गुरु सवारे सतसंगी जनों। आप जी ने सतगुरु गुरु तेग बहादुर साहब महाराज जी दे उच्चारण कीते श्लोक 25 और 26 नंबर सरवण कीते हैं। हजूर ने इन्हां बचनां विच संसार की असलीयत दसी। कहते जगत इस तरह बनता है जिवें पानी विच बुलबुला हिलण नाल पैदा हुंदा। हुणे बनिया नाल पता नहीं कदों खत्म हो जाए, उहदी कोई उम्र नहीं, कोई बुनियाद नहीं है। पैदा हुंदा है हर रोज़ टुट जाता है। इस तरह की है ये रचना। ये पहले श्लोक विच कहा। दूजे श्लोक विच जिसने इस रचना नूं सਦੀव काली समझिया कि ये सदा रहनी, वो कहते जमा की फाही का शिकार बन गया। दो ख्याल मिलते ने। पहले विच जगत की तस्वीर संसार का रूप दसिया किवें दा है। कहते जिवें बुलबुला बनया हुणे टुट गया। दूजे विच बंदे दी कह लो कि साडी मूर्खता भी दर्शाई। कहते इनू इस चीज़ का चेता ही नहीं रहिंदा। सोचदा है कि बुलबुला बनया मिटना इन्हें है ही नहीं। उहदे नाल गहरा प्रेम पा लैंदा है ते बुलबुले ने टुटना है, फिर दुख पैदा हुंदा है। इस तरह के स्वरूप, क्योंकि जगत की रचना बनी ही इस तरह की है। एक खेड़ बनाई उसने। सतगुरु ने बचन कीते, इहदी बुनियाद दे उत्ते आपां थोड़ी जी विचार करांगे। किन्नियां उदाहरणां ने गुरबाणी विच संसार की तस्वीर क्यों दसी। किसी पशु नूं उपदेश ही नहीं दिता। गुरबाणी विच पशुआं की भाषा विच किते नहीं लिखिया मिलदा ज्ञान। मनुखी भाषा विच है, बंदे नूं लोड़ ज्ञान दी। पशु नूं समझण की जरूरत ही नहीं है। ना उहदा कोई विद्याला, ना उहदा कोई स्कूल, ना पशुआं का कोई धर्म ग्रंथ।
ਨਾ ਉਹਨਾਂ ਦਾ ਕੋਈ ਧਾਰਮਿਕ ਅਸਥਾਨ, ਕੋਈ ਲੋੜ ਨਹੀਂ ਉਹਨਾਂ ਨੂੰ ਸਮਝਾਉਣ ਦੀ, ਕਿਉਂਕਿ ਉੱਥੇ ਪਸ਼ੂ ਜਿਹੜੇ ਨੇ ਪਹਿਲਾਂ ਹੀ ਉਸ ਦਾਇਰੇ ਦੇ ਵਿੱਚ ਜੀ ਰਹੇ ਨੇ ਜਿੱਥੇ ਉਹਨਾਂ ਨੂੰ ਜਿਉਣਾ ਚਾਹੀਦਾ ਹੈ। ਜਿਵੇਂ ਦਾ ਉਹਨਾਂ ਨੂੰ ਕੁਦਰਤ ਨੇ ਬਣਾਇਆ ਉਹਦੇ ਵਿੱਚ ਰਹਿ ਰਹੇ ਨੇ, ਬੜੇ ਸੁਖੀ ਨੇ, ਉਹ ਬੜੇ ਆਨੰਦ ਵਿੱਚ ਨੇ। ਇੱਕੋ ਇੱਕ ਜੂਨੀ ਹੈ ਧਰਤੀ ਤੇ, ਮਨੁੱਖ ਜੂਨੀ, ਜਿਹਦੇ ਅੰਦਰ ਪਰਮਾਤਮਾ ਨੇ ਇੱਕ ਦਾਤ ਪਾ ਦਿੱਤੀ। ਇਹ ਦੇਵਤਾ ਵੀ ਬਣ ਸਕਦਾ ਹੈ, ਇਹ ਦੁਸ਼ਟ ਵੀ ਬਣ ਸਕਦਾ ਹੈ। ਬੰਦੇ ਵਿੱਚ ਅੱਗੇ ਜਾਣ ਦੀ ਵੀ ਸੰਭਾਵਨਾ ਹੈ ਤੇ ਪਿੱਛੇ ਜਾਣ ਦੀ ਵੀ, ਪਿੱਛੇ ਵੀ ਗਰਕ ਹੋ ਸਕਦਾ, ਡਿੱਗ ਵੀ ਸਕਦਾ, ਅੱਗੇ ਵੀ ਜਾ ਸਕਦਾ ਹੈ। ਪਰ ਪਸ਼ੂਆਂ ਵਿੱਚ ਇਹ ਨਹੀਂ। ਪਸ਼ੂ ਜਿਵੇਂ ਦਾ ਜਨਮ ਲੈਂਦਾ ਹੈ ਉਵੇਂ ਦਾ ਹੀ ਮਰਦਾ ਹੈ। ਨਾ ਉਹਦੇ ਪਾਪ ਵੱਧਦੇ ਨੇ, ਨਾ ਉਹਦੇ ਪੁੰਨ ਵੱਧਦੇ ਨੇ, ਕੁਝ ਵੀ ਨਹੀਂ ਹੁੰਦਾ। ਪਸ਼ੂਆਂ ਦੇ ਵਿੱਚ ਕੁਝ ਵੀ ਨਹੀਂ ਵਾਪਰਦਾ। ਜਿਵੇਂ ਦੇ ਜਨਮ ਲੈਂਦੇ ਨੇ ਉਸੇ ਤਰ੍ਹਾਂ ਜਿਉਂਦੇ ਨੇ, ਉਸ ਤਰ੍ਹਾਂ ਹੀ ਮਰ ਜਾਂਦੇ ਨੇ। ਪਰ ਬੰਦੇ ਦੇ ਵਿੱਚ ਬੜਾ ਖਤਰਾ ਹੈ। ਇੱਥੇ ਕਈ ਦੈਂਤ ਤੋਂ ਦੇਵਤੇ ਵੀ ਬਣੇ ਤੇ ਕਈ ਦੈਂਤਾਂ ਤੋਂ, ਦੇਵਤਿਆਂ ਤੋਂ ਵੀ ਦੈਂਤ ਬਣ ਗਏ, ਪਿੱਛੇ ਮੁੜ ਆਏ। ਇਸ ਲਈ ਸਮਝਣਾ ਸਮਝਾਉਣਾ ਸਾਰਾ ਬੰਦੇ ਵਾਸਤੇ ਵੇ। ਇੱਕ ਹੋਰ ਬੇਨਤੀ ਕਰਾਂ, ਗੁਰਬਾਣੀ ਵਿੱਚ ਕਦੀ ਕਿਸੇ ਪਸ਼ੂ ਨੂੰ ਨਹੀਂ ਕਿਹਾ ਵੀ ਤੂੰ ਗੁਰੂ ਵਾਲਾ ਬਣ, ਗੁਰੂ ਧਾਰਨ ਕਰ, ਕਿਉਂਕਿ ਉਹਨੂੰ ਲੋੜ ਹੀ ਨਹੀਂ ਹੈ। ਗੁਰੂ ਦੀ ਲੋੜ ਉਸ ਨੂੰ ਹੁੰਦੀ ਏ ਜਿਵੇਂ ਘੋੜੇ ਨੂੰ ਕੜਿਆਲੇ ਦੀ ਲੋੜ ਹੈ ਉਹਦੇ ਮੂੰਹ ਵਿੱਚ, ਇੱਧਰ ਉੱਧਰ ਨਾ ਜਾਏ। ਜਿਵੇਂ ਹਾਥੀ ਨੂੰ ਕੁੰਡੇ ਦੀ ਮੁਹਾਬਤ ਦੀ ਜ਼ਰੂਰਤ ਹੁੰਦੀ ਹੈ, ਉਹ ਤਾਂ ਹੈ। ਪਸ਼ੂਆਂ ਨੂੰ ਨਹੀਂ ਕਿਹਾ ਗੁਰੂ ਧਾਰਨ ਕਰ, ਕਿਉਂਕਿ ਉਹਨਾਂ ਨੂੰ ਲੋੜ ਨਹੀਂ। ਬੰਦੇ ਨੂੰ ਕਿਹਾ ਸਮਝ ਕੇ ਤੁਰੇ, ਗੁਰੂ ਵਾਲਾ ਬਣ। ਗੁਰੂ ਤੋਂ ਬਿਨਾਂ ਤੂੰ ਪਸ਼ੂ ਤੋਂ ਵੀ ਥੱਲੇ ਚਲਾ ਜਾਏ। ਗੁਰਮੰਤਰ ਹੀਣਸੈ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨ ਹੈ। ਜਿਨਨੇ ਮਨੁੱਖੀ ਜਾਮਾ ਧਾਰ ਕੇ ਗੁਰੂ ਨਹੀਂ ਬਣਾਇਆ, ਗੁਰੂ ਨੇ ਧਾਰਨ ਕੀਤਾ, ਕਹਿੰਦੇ ਜਨਮ ਉਹਦਾ ਤ੍ਰਿਗੰਤ ਤੇ ਭ੍ਰਸ਼ਟਿਆ ਗਿਆ। ਦੋ ਸ਼ਬਦ ਵਰਤੇ, ਕੂਕਰੈ ਸ਼ੂਕਰੈ ਗਰਦਬੈ ਕਾਕੈ ਸਰਪਣੈ ਤੁਲ ਖਲੈ। ਇਹ ਸਾਰੀਆਂ ਬਿਰਤੀਆਂ ਉਹਦੇ ਵਿੱਚ ਜਾਗ ਪੈਂਦੀਆਂ ਨੇ। ਕੂਕਰੈ, ਕੂਕਰ ਬਿਰਤੀ ਦਾ ਔਗਣ ਹੈ ਲੋਭ। ਭਾਵੇਂ ਕੋਲ ਕਿੰਨਾ ਫਿਰ ਵੀ ਉਹ ਦੂਜੇ ਦਾ ਖੁੰਦਾ। ਇਹ ਬਿਰਤੀ ਜਿੰਨਾ ਚਿਰ ਗੁਰੂ ਨਹੀਂ ਉਹਨਾਂ ਚਿਰ ਅੰਦਰੋਂ ਨਹੀਂ ਜਾਏਗੀ। ਮੈਂ ਹੋਰ ਬੇਨਤੀ ਕਰਾਂ, ਗੁਰੂ ਧਾਰਨ ਕਰਨਾ ਹੋਰ ਚੀਜ਼ ਹੈ, ਗੁਰੂ ਦੀ ਗੱਲ ਤੇ ਤੁਰ ਕੇ ਸਫਲ ਹੋ ਜਾਣਾ ਇੱਕ ਹੋਰ ਗੱਲ ਹੈ। ਇਹ ਵੀ ਖਿਆਲ ਰੱਖਣਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਗੁਰੂ ਵਾਲੇ ਬਣ ਗਏ ਤੇ ਗੱਲ ਖਤਮ। ਨਹੀਂ, ਜ਼ਰੂਰੀ ਨਹੀਂ ਹੈ। ਧਿਆਨ ਰੱਖਣਾ, ਗੁਰੂ ਵਾਲੇ ਬਣ ਕੇ ਅਸੀਂ ਉਹ ਕਾਰਜ ਕੀਤਾ ਕਿ ਨਹੀਂ, ਜੋ ਕੁਝ ਦੱਸਿਆ। ਜੇ ਉਹ ਕੀਤਾ ਨਹੀਂ, ਸਾਧ ਸੰਗਤ ਫਿਰ ਵੀ ਅੱਧ ਵਿੱਚ ਹੀ ਰਹਿ ਗਏ। ਜ਼ਰੂਰੀ ਨਹੀਂ ਉਹ ਕੋਈ ਬੰਦਾ ਪਾਰ ਉਤਰ ਜਾਏਗਾ। ਇਹ ਬਿਰਤੀਆਂ, ਕੂਕਰ ਬਿਰਤੀ, ਕੂਕਰ ਹੈ, ਸ਼ੂਕਰ ਹੈ, ਸੂਰ ਬਿਰਤੀ, ਗਰਦਬ ਹੈ, ਗਦਾ ਬਿਰਤੀ ਉਹਦੇ ਵਿੱਚ ਆ ਜਾਂਦੀ ਹੈ। ਕਾਕਾ, ਕਾਂ ਦੀ ਬਿਰਤੀ। ਇਹ ਸਾਰੀਆਂ ਬਿਰਤੀਆਂ ਬੰਦੇ ਵਿੱਚ ਹਨ। ਸਾਡੇ ਸਰੀਰ ਦੇ ਵਿੱਚ ਦੋ ਪ੍ਰਕਾਰ ਦੀਆਂ ਬਿਰਤੀਆਂ ਤੇ ਸਾਫ਼ ਦਸੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ, ਹੰਸ ਬਿਰਤੀ ਤੇ ਕੌਵਾ ਬਿਰਤੀ। ਇੱਕੋ ਚੀਜ਼ ਹੈ, ਉਹਦੇ ਦੋ ਮੂੰਹ ਨੇ, ਇੱਕ ਕੌਵੇ ਦਾ ਇੱਕ ਹੰਸ ਦਾ। ਹੁਣ ਜੇ ਤੇ ਸਾਧ ਸੰਗਤ ਬੰਦਾ ਕਰੇਗਾ ਹੰਸਾਂ ਦੀ ਸੰਗਤ, ਗੁਰਬਾਣੀ ਦੀ ਸੰਗਤ ਕਰੇਗਾ, ਗੁਰਮੁਖਾਂ ਦੀ ਸੰਗਤ, ਅੰਦਰ ਹੰਸ ਬਣ ਜਾਏਗਾ, ਮੋਤੀ ਚੁਗੇਗਾ ਨਾਮ ਦੇ, ਗੁਣਾਂ ਦੇ। ਜੇ ਇਹਨੇ ਕਾਗ ਸੰਗਤ ਜਿਹੜੀ ਹੈ ਨਿਵਾਣ ਵਾਲੀ ਕੀਤੀ, ਔਗਣਾਂ ਨਾਲ ਜੀਵਨ ਰੰਗਿਆ ਗਿਆ, ਫਿਰ ਇਹਦੇ ਵਿੱਚ ਕਾਂ ਪੈਦਾ ਹੋ ਜਾਏਗਾ। ਇਹ ਦੋ ਬਿਰਤੀਆਂ ਆਉਂਦੀਆਂ ਨਾ, ਕਿ ਗੁਰੂ ਜਿਹੜਾ ਕਾਂ ਤੋਂ ਹੰਸ ਕਰ ਦਿੰਦਾ ਹੈ। ਤੁਕ ਵੀ ਆਉਂਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ, ਕਾਗੋਂ ਹੰਸ ਕਰੇ ਉਡੀਣਾ। ਜਾਂ ਇਹ ਭਾਈ ਗੁਰਦਾਸ ਜੀ ਦੇ ਬਚਨ ਨੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ, ਕੌਵਾ ਹੰਸ ਹੋਵੈ। ਕਾਂ ਹੰਸ ਬਣ ਗਏ। ਇਹ ਬੰਦੇ ਵੱਲ ਇਸ਼ਾਰਾ ਕੀਤਾ ਹੈ, ਕਿਉਂਕਿ ਸਾਡੇ ਅੰਦਰ ਹੈ ਇੱਕ ਕਾਂ, ਕੌਵਾ ਬਿਰਤੀ ਹੈ,
ਜਿਵੇਂ ਉਹ ਲਾਉਂਦਾ ਰਹਿੰਦਾ ਦਿਨ ਰਾਤ ਸਰੀਰ ਤੇ ਬੰਦੇ ਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਜ਼ਰੂਰੀ ਨਹੀਂ ਅੰਦਰਲਾ ਵੀ ਬੰਦਾ ਬਣ ਗਿਆ ਹੋਵੇ। ਸਰੀਰ ਮਨੁੱਖੀ ਮਿਲ ਗਿਆ ਹੈ, ਜ਼ਰੂਰੀ ਨਹੀਂ ਅੰਦਰ ਵੀ ਮਨੁੱਖ ਹੋਵੇ। ਕੀ ਪਤਾ ਅੰਦਰ ਗਧਾ ਹੋਵੇ, ਕੀ ਪਤਾ ਅੰਦਰ ਕੂਕਰ ਹੋਵੇ, ਕੀ ਪਤਾ ਅੰਦਰ ਸੱਪ ਹੋਵੇ, ਕੋਈ ਪਤਾ ਨਹੀਂ। ਬਸ ਜਿੱਥੇ ਅਸੀਂ ਬੈਠੇ ਹਾਂ, ਸਤਿਗੁਰੂ ਕਹਿੰਦੇ ਨੇ ਆਪਣੇ ਆਪ ਵੱਲ ਅੰਦਰ ਵੇਖ, ਤੂੰ ਕੌਣ ਹੈ। ਕਿਤੇ ਭੁਲੇਖਾ ਨਾ ਲੱਗ ਜਾਏ ਕਿ ਤੂੰ ਮਨੁੱਖ ਹੈ। ਨੈਣ ਨਕਸ਼ ਬੰਦੇ ਵਾਲੇ ਨੇ, 2 ਪੈਰ ਨੇ। ਇੱਥੋਂ ਅਸੀਂ ਤਸਵੀਰ ਤੋਂ ਹਿਸਾਬ ਲਾ ਕੇ ਬੈਠ ਜਾਂਦੇ, ਮੈਂ ਮਨੁੱਖ। ਮਨੁੱਖ ਕਿੱਥੇ, ਆਦਮੀ ਕਿੱਥੇ, ਇਨਸਾਨ ਕਿੱਥੇ। ਇਨਸਾਨ ਤੇ ਪੈਦਾ ਹੋਵੇਗਾ ਅੰਦਰੋਂ ਜਦੋਂ ਨਾਮ ਨਾਲ ਜੁੜੇਗਾ, ਪਰਮਾਤਮਾ ਦੀ ਯਾਦ ਡੂੰਘੀ ਹੋ ਜਾਏਗੀ, ਉਹਦਾ ਅੰਦਰ ਪਿਆਰ ਵੱਧ ਜਾਏਗਾ, ਤੇ ਸਾਡਾ ਸਰੀਰ ਮਨੁੱਖੀ ਤੇ ਅਸੀਂ ਅੰਦਰ ਵੀ ਮਨੁੱਖ ਹੋ ਜਾਵਾਂਗੇ। ਨਹੀਂ ਤੇ ਸਰੀਰ ਕਰਤੂਤ ਪਸ਼ੂ ਕੀ ਮਾਨਸ ਜਾਤ। ਸਰੀਰ ਬੰਦੇ ਦਾ, ਕਰਤੂਤ ਪਸ਼ੂਆਂ ਵਾਲਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਹੁਤਾ ਬੰਦਾ ਆਪਣੇ ਵਾਸਤੇ ਨਹੀਂ ਜਿਉਂਦਾ, ਸਾਧ ਸੰਗਤ ਸੰਸਾਰ ਵਾਸਤੇ ਅਸੀਂ ਬਹੁਤਾ ਜਿਉਂਦੇ। ਤੁਸੀਂ ਵੇਖਿਆ ਹੋਣਾ ਹੈ, ਅਸੀਂ ਕਈ ਕੰਮ ਐਸੇ ਕਰਨੇ ਆ, ਕਹਿੰਦੇ ਸੰਸਾਰ ਦੇ ਲੋਕ ਕਰ ਰਹੇ ਨੇ, ਹੁਣ ਕਰਨੇ ਨਾ ਕਰੀਏ ਤੇ ਕੀ ਕਰੀਏ, ਸਾਰੇ ਕਰ ਰਹੇ। ਕਰਨਾ ਤੇ ਨਹੀਂ ਸੀ, ਇਹ ਕੰਮ ਨਹੀਂ ਸੀ ਕਰਨਾ, ਪਰ ਹੁਣ ਕਰਨਾ ਪੈਣਾ, ਲੋਕ ਕਰ ਰਹੇ ਨੇ। ਇਹ ਨਹੀਂ ਸੀ ਖਾਣਾ, ਪਰ ਹੁਣ ਖਾਣਾ ਪੈਣਾ, ਲੋਕ ਖਾ ਰਹੇ ਨੇ। ਇਸ ਤਰ੍ਹਾਂ ਦੇ ਕੱਪੜੇ ਨਹੀਂ ਸਨ ਪਾਉਣੇ, ਹੁਣ ਲੋਕ ਪਾ ਰਹੇ ਨੇ, ਕੀ ਕਰੀਏ। ਤਾਂ ਇਹਨੂੰ ਕਹਿੰਦੇ ਨੇ ਲੋਕਾ ਰੀਤ। ਇੰਨਾ ਬੰਦਾ ਗੁਲਾਮ ਹੋ ਗਿਆ ਕਿ ਉਹ ਲੋਕਾਂ ਦੇ ਅਨੁਸਾਰ ਜਿਉਂਦਾ ਹੈ। ਉਹਨੂੰ ਆਪਣੇ ਆਪ ਤੇ ਆਪਣੇ ਪੈਰਾਂ ਤੇ ਖਲੋਣ ਦੀ ਜਾਚ ਹੀ ਨਹੀਂ ਆਈ ਕਿ ਮੈਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਮੈਂ ਜਿਹਦੇ ਵਿੱਚੋਂ ਆਇਆ, ਮੈਂ ਉਹਦੇ ਵੱਲ ਵੇਖ ਕੇ ਜੀਵਾਂ, ਜਿਹਦਾ ਪੁੱਤਰ ਹਾਂ, ਜਿਹਦੇ ਵਿੱਚੋਂ ਮੇਰਾ ਜਨਮ ਹੋਇਆ ਹੈ, ਸੰਸਾਰ ਵੱਲ ਵੇਖ ਕੇ ਜਿਉਂਦਾ ਹੈ। ਔਰ ਇਸ ਤਰ੍ਹਾਂ ਜੀਵਨ ਸਹਿਜੇ ਸਹਿਜੇ ਭ੍ਰਸ਼ਟ ਹੋ ਜਾਂਦਾ। ਗੱਲ ਕਰ ਰਿਹਾ ਸੀ ਅੰਦਰ ਦੀਆਂ ਬਿਰਤੀਆਂ। ਸਤਿਗੁਰੂ ਇਸ ਮੂਰਖ ਮਨੁੱਖ ਨੂੰ ਸਮਝਾ ਰਹੇ ਨੇ, ਕਹਿਣ ਲੱਗੇ ਤੂੰ ਇਹ ਗਲਤੀਆਂ ਤਾਂ ਕਰਨਾ, ਸੰਸਾਰ ਨੂੰ ਚੰਗੀ ਤਰ੍ਹਾਂ ਦੇਖ, ਇਹ ਕਿਵੇਂ ਦਾ ਹੈ, ਪਹਿਲਾਂ ਇਹਨੂੰ ਵੇਖ। ਸਹਿਬ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਕਹਿੰਦੇ ਆ ਤੈਨੂੰ ਸਮਝਾ ਦਿਆਂ, ਜਗਤ ਹੈ ਕਿ ਬੜੇ ਸੁੰਦਰ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ ਗਈਆਂ ਕਿ ਤੇਰੀ ਉਮਰ ਬੜੀ ਛੋਟੀ ਹੈ। ਸਾਧ ਸੰਗਤ ਇਹ ਗੱਲ ਬੜੀ ਹੈਰਾਨੀ ਭਰੀ ਹੈ। ਬੰਦਾ ਆਉਂਦਾ ਹੈ ਗੁਰੂ ਕੋਲ ਜ਼ਿੰਦਗੀ ਲੰਮੀ ਕਰਾਉਣ ਵਾਸਤੇ। ਇਹ ਸਾਰਿਆਂ ਦੀ ਗੱਲ ਇੱਕ ਦੀ ਨਹੀਂ, ਇਹ ਸਾਡੇ ਸਾਰਿਆਂ ਦਾ ਹੀ ਦੁੱਖ ਹੈ। ਅਸੀਂ ਕੌਣ ਕਵੇ ਮੈਂ ਜਲਦੀ ਇਹ ਸੰਸਾਰ ਮਿੱਟੀ ਦਿਸੇ ਮੈਨੂੰ। ਅਸੀਂ ਆਪਣਾ ਜੀਵਨ ਲੰਬਾ ਕਰਨ ਵਾਸਤੇ ਆਉਂਦੇ। ਅਰਦਾਸ ਵੀ ਜਦੋਂ ਕਰਨੇ ਆ, ਬੱਚਾ ਜਨਮ ਲੈਂਦਾ ਹੈ, ਉੱਥੇ ਕਹਿੰਦੇ ਨੇ ਆਪਾਂ ਇੱਕ ਸ਼ਬਦ ਵਰਤਨੇ ਆ ਅਰਦਾਸ ਵਿੱਚ ਵੀ ਕਿ ਸਤਿਗੁਰੂ ਕਿਰਪਾ ਕਰਨੀ, ਇਹਨੂੰ ਲੰਬੀ ਉਮਰ, ਇਹਨੂੰ ਦੀਰਘ ਆਯੂ ਬਖਸ਼ਿਸ਼ ਕਰਨੀ, ਲੰਮੀ ਉਮਰ। ਪਰ ਸਾਧ ਸੰਗਤ ਇੱਥੇ ਖਿਆਲ ਰੱਖਣਾ, ਇਹ ਸ਼ਬਦ ਬੜੇ ਖਤਰਨਾਕ ਨੇ, ਭੈਦਾਇਕ ਨੇ। ਲੰਮੀ ਉਮਰ, ਲੰਮੀ ਦਾ ਮਤਲਬ ਲੰਬੀ ਵੀ ਕਿਤੇ ਜਾ ਕੇ ਖਤਮ ਹੁੰਦੀ ਹੈ। ਲੰਮੀ ਉਮਰ ਦਾ ਮਤਲਬ ਇਹ ਹੈ, ਲੰਬੀ ਉਮਰ ਦਾ ਮਤਲਬ ਮੌਤ ਹੈ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਜਾ ਕੇ, ਲੰਮੀ ਉਮਰ ਵੀ ਕਿਤੇ ਨਾ ਕਿਤੇ ਸਮਾਪਤ ਹੋ ਗਈ। ਤਾਂ ਇਹ ਹੈ ਭੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਯਤਨ ਹੈ ਬੰਦੇ ਨੂੰ ਥੋੜ੍ਹੀ ਜਿਹੀ ਉਦਾਸੀ ਹੋਵੇ ਸੰਸਾਰ ਤੋਂ। ਸਤਿਗੁਰਾਂ ਦਾ ਇਹ ਪ੍ਰਯਤਨ ਹੈ ਥੋੜ੍ਹਾ ਜਿਹਾ ਉਦਾਸ ਤੇ ਹੋਵੇ। ਇਹ ਤੇ ਜਿਉਂ ਸਵੇਰੇ ਉੱਠਦਾ ਲੱਗਦਾ ਹਾਸੇ ਮਖੌਲ ਦੀ ਦੁਨੀਆ ਵਿੱਚ ਇੱਕ ਦੂਜੇ ਨੂੰ ਵੱਧ ਕੇ ਗੱਲਾਂ ਕਰਨ, ਉਦਾਸੀ ਤੇ ਕਦੀ ਆਈ ਨਹੀਂ। ਇਹ ਉਦਾਸੀ ਪੈਦਾ ਕਰਨ ਦਾ ਯਤਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਸੰਸਾਰ ਦੀ ਤਸਵੀਰ ਸਮਝਾਉਣ ਦਾ ਯਤਨ ਕੀਤਾ ਗਿਆ। ਕਬੀਰ ਸਾਹਿਬ ਤਾਂ ਹੀ ਬਚਨ ਕਹਿੰਦੇ, ਕੇਸ ਜਲੈ ਜੈਸੇ ਘਾਸ ਕਾ ਪੂਲਾ, ਹਾਡ ਜਲੈ ਜੈਸੇ ਲੱਕੜੀ ਕਾ ਤੂਲਾ। ਇਹ ਕਿਉਂ ਕਹਿ ਰਹੇ ਨੇ? ਕਿਉਂਕਿ ਬੰਦੇ ਦੀ ਇੰਨੀ ਕੀਮਤੀ ਬਿਰਤੀ
बस फड़ के हड्डियां नूं बह गए, फड़ के केसां नूं बह गए, किते छुटे इथों छडाउण वास्ते क्या है। छडाउण वास्ते भयदायक बाणी उचारी है। बंदा संसार की असलीयत नूं समझे ते इहदे तो उच्ची खोज वल तुर पवे, देह तो उच्चा उठ जाए। क्योंकि जिन्नी धर्म की प्राप्ति है, जिन्नी नाम की प्राप्ति है, साध संगत जिन्हों आपां कहने गुरु की बख्शिश जां आनंद जां बख्शिश शब्द वरतने आ, ये सारियां चीज़ां उन्ना चिर नहीं मिलदियां जिन्ना चिर हड्डियां मास तो बंदे की पकड़ नहीं उठती, परिवार तो उच्चा नहीं उठता, पदार्थ तो इनू अकेवा नहीं आउंदा, अकदा नहीं संसार तो। वो अकेवा पैदा करना चाहते ने गुरु तेग बहादुर साहब, क्योंकि वड्डी दात हत्थां विच देनी चाहते ने ते वड्डी तां फड़ेगा, छोटी खोणगे ते छोटी नूं घटाउणगे हत्थां विचों ते वड्डी फिर फड़ेगा बंदा। इस करके बहुते धर्मां ने यह प्रयोग किया है। जदों रब की गल चलदी है भी रब नाल कोई सांझ बनेगी, तो इस प्रयोग के उत्ते सारे धर्मां ने बहुता काम किया है कि बंदे नूं मौत की याद दिवाओ। होर कोई तरीका ही नहीं, ना कोई जप, ये तो छोटे छोटे साधन ने, ना कोई जप, ना कोई तप, ना कोई पूजा, ना कोई पाठ। बंदे का मन ही नहीं उचाट हुंदा संसार तो। ये उदासी पैदा करने वास्ते होर साधन है ही नहीं, बस इको ही साधन है। लट लट करदा इहदा शरीर इनू सड़दा होया नज़र आ जाए, दूजे दी मौत विचों इनू अपनी मौत दिसे, इनू पता लगे ये रहन वाला नहीं कुछ, तो बंदा तां ही खोज करेगा जदों दिसेगा ना शरीर कुछ वक्त लई है। गुरु रामदास जी ने इस देह नूं, इस शरीर नूं क्या तेजन, तेजन शब्द वरत्या। देह नूं क्या तेजन, देह तेजन जी राम उपाया राम। कई प्रकार नाल समझाउंदे ने, कहंदे देह तेरी तेजन दा अर्थ घोड़ी है। देह घोड़ी है तेरी, तेजन दे अर्थ घोड़ी। एक ताजन तुरी चंगेरी, भगत धन्ना जी कहंदे ने इस शरीर नूं घोड़ी समझ, इस शरीर नूं गड्डी समझ, इनू असवारी समझ। तू इहदे उत्ते सफ़र करना है, जिन्ने साल तेनू मिले ने इस धरती ते घोड़ी चाहिदी है, तंदुरुस्त चाहिदी, घोड़ी की खुराक भी चाहिदी, कोई शक नहीं। इनू पालना पोषना भी जरूरी। पर होया कि सफ़र करना बंद हो गया, बस इस देह रूपी घोड़ी नूं बंदे ने पालना ही जीवन समझ लिया। बस इहदे आले दुआले घूमन लग पिया। उच्ची दात जिसनूं देनी हुंदी है उहनूं शरीर तो उच्चा चुकदा गुरु। कई प्रकार दे तरीकिਆਂ दे नाल, कई प्रकार दे ढंग वरत के ये सतगुरु विखाउणा चाहते ने कि इहदा मोह जिहड़ा अंदरला इस शरीर तो उच्चा उठ जाए। बड़ियां सुंदर उदाहरणां भी दित्तियां गईयां। भगत रविदास जी का एक बचन है, कहते तुझे सुजंता कछु नाहे, पहरावा देखे फूल जाहे। बंदे की जिहड़ी समझ है पहरावे विच फसी रहिंदी है। पहरावे का अर्थ शरीर, कपड़ा, इहदे तक सीमित रहिंदा है। नैन नक्शां विच फसिया रहिंदा है। कहते तेनू सुझदा ही कुछ नहीं। जो तेनू धर्म के उपदेश भी समझाते हैं उतों तक तेरी सुरत ही कोई नहीं जाती। बस तू शरीर के विखावे विच ही फसिया रहिंदा है। तुझे सुजंता कछु नाहे, पहरावा देखे फूल जाहे। पहरावा की हुंदा है? वेश। सच जानो संसारी ते पहरावियां विच फसे ही होया है। धर्मी बंदा भी बहुती वारी पहरावियां विच ही फस जाता है। बस पहरावा वेख के फुल जाता है। वेश वेख के ही वो समझदा है कि हुण धर्म साडे हिस्से विच आ गया। कहंदे ये ना समझी है। तुझे सुजंता कछु नाहे, पहरावा देखे फूल जाहे। तू काए गर्भै बावली, जैसे भादों खूब राज तू तिसते खरी उतावली। उदाहरण दिती है। क्यों तू हंकार करनी है हे जिंद,
इना हंकार क्यों, तू काए करबै बाबली। क्योंकि ये एक नशा है साध संगत, ये बड़ी वड्डी त्रासदी है। नशे कई प्रकार दे ने। एक नशा बंदे नूं उस समय चंबड़दा है जिस वेले इहदे विच बड़ी शक्ति हुंदी है। उहनूं कहंदे ने जवानी दा नशा, जवानी दा मद। ये बड़ा बंदे नूं रोकदा है। ਇਹਦੇ ਵਿੱਚ अहंकार, क्योंकि शरीर ਵਿੱਚ शक्ति है, एक एक अंग ਵਿੱਚ ताकत है। कित्थे धौण नीवी होवे, कित्थे अंदर निमरता आवे। दूजी गल बेनती करां, धर्म दे रस्ते ते गुरु दे मार्ग ते भी जवानी हुंदे चलिया जा सकदा है। की होया 100 ਵਿੱਚੋਂ एक आदमी बुढ़ेपे ਵਿੱਚ चला जाए तो क्या नहीं जा सकदा। पर जे कोई कामयाब जिन्ने लोग होए ने जवानी दी उम्र ਵਿੱਚ होए ने। जवानी दी उम्र ताकत नाल भरी हुई है, शक्ति नाल भरी है। दरिया हड़ आया होया शक्ति दा शरीर दे विच। पर हुण जरूरत बड़ी है किनारे पक्के होण, किनारियां दे टुटण दी संभावना रहिंदी है, क्योंकि तेज है शक्ति सारी। जे किसे दी जवानी संभल गई, नाम नाल जुड़ गई, साध संगत तो परमात्मा बन गया, ਉਹਦੇ ਵਰਗਾ ਹੀ ਹੋ ਗਏ। ਇਸ ਉਮਰ ਦੇ ਵਿੱਚ ਇਹਦਾ ਮਦ ਹੈ। ਧਨ ਜੋਬਨ ਪ੍ਰਭ ਤਾਕੈ ਮਦ ਮੈਂ, ਐ ਨਿਸ ਰਹਿ ਦੀਵਾਨਾ। ਇਸ ਹੰਕਾਰ ਨੂੰ ਵੇਖ ਕੇ ਤਾਂ ਕਹਿੰਦੇ ਨੇ ਕੱਤ ਚਲਤ ਹੋ ਟੇਢੇ ਟੇਢੇ ਟੇਢੇ। ਬੰਦਾ ਟੇਢਾ ਤੁਰਦਾ ਇਹਦੇ ਵਿੱਚ। ਤੁਸੀਂ ਵੇਖਿਆ ਹੋਣਾ ਬੰਦੇ ਦੀ ਤੋਰ ਕਿਵੇਂ ਦੀ, ਜਦੋਂ ਜਵਾਨੀ ਪੂਰੀ ਹੋਵੇ, ਜੇਬ ਵਿੱਚ 4 ਪੈਸੇ ਵੀ ਹੋਣ, 4 ਬੰਦੇ ਸਤਿਕਾਰ ਵੀ ਕਰਦੇ ਹੋਣ, ਉਦੋਂ ਜੇ ਨਿਮਰਤਾ ਆ ਗਈ ਤੇ ਸਮਝ ਲਓ ਦੇਵਤਾ ਹੈ। ਦੇਵਤਾ ਉਸੇ ਨੂੰ ਕਿਹਾ। ਸ਼ੇਖ ਸੈਦੀ ਨੂੰ ਕਿਸੇ ਪੁੱਛਿਆ, ਤੁਸੀਂ ਸੰਤ ਹੋ, ਤੁਸਾਂ ਤੇ ਦੇਵਤੇ ਵੇਖੇ ਹੋਣਗੇ, ਤੁਸਾਂ ਤੇ ਦੈਂਤ ਵੀ ਵੇਖੇ ਹੋਣਗੇ। ਕਹਿਣ ਲੱਗੇ ਹਾਂ ਬਿਲਕੁਲ। ਇਹ ਤਸਬੀਹ ਕਾਹਦੇ ਵਾਸਤੇ ਫੜੀ ਜੇ ਦੇਵਤੇ ਨਹੀਂ ਵੇਖਣੇ ਤੇ? ਕਿਉਂਕਿ ਇਹ ਸੁਣਾਇਆ ਜਾਂਦਾ, ਸਿਖਾਇਆ ਜਾਂਦਾ ਦੇਵਤੇ ਪਹਾੜਾਂ ਵਿੱਚ ਰਹਿੰਦੇ ਨੇ, ਜੰਗਲਾਂ ਵਿੱਚ, ਆਕਾਸ਼ ਵਿੱਚ। ਤੇ ਜਿੰਨੇ ਪੁੱਛਿਆ ਉਹ ਕਹਿੰਦਾ ਮੈਨੂੰ ਵੀ ਦਿਖਾ ਸਕਦੇ ਹੋ? ਕਹਿੰਦੇ ਹਾਂ ਦਿਖਾ ਸਕਨੇ ਆ। ਕਿੱਥੇ ਨੇ? ਸਾਹਮਣੇ ਇੱਕ ਨੌਜਵਾਨ ਆ ਰਿਹਾ ਸੀ ਜਿਹਦਾ ਚਿਹਰਾ ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਦਿਸਿਆ। ਅੰਦਰ ਉਹਦਾ ਇੱਕ ਇੱਕ ਲੂੰ ਰੱਬ ਦੀ ਯਾਦ ਵਿੱਚ ਟਿਕਿਆ ਹੋਇਆ ਸੀ। ਚਾਲ ਬੜੀ ਮਸਤ, ਥੋੜੀ ਜਿਹੀ ਗਰਦਨ ਝੁਕੀ ਹੋਈ। ਸਰੀਰ ਦੇ ਇਹ ਸਿਗਨਲ ਨੇ ਕਿ ਇਸ ਬੰਦੇ ਵਿੱਚ ਹੰਕਾਰ ਨਹੀਂ, ਇਹਦੇ ਵਿੱਚ ਨਮਰਤਾ ਹੈ। ਇਸ ਤਰ੍ਹਾਂ ਦਾ ਜਦੋਂ ਦਿਸਿਆ, ਕਹਿਣ ਲੱਗੇ ਉਹ ਵੇਖ ਸਾਹਮਣੇ ਦੇਵਤਾ ਆ ਰਿਹਾ। ਉਹਨੇ ਕਿਹਾ ਤੇ ਆਪਣੇ ਪਿੰਡ ਦੇ ਹੀ ਆਦਮੀ ਕਹਿੰਦੇ ਇੱਥੇ ਹੀ ਦੇਵਤੇ ਹੁੰਦੇ ਨੇ, ਹੋਰ ਕਿੱਥੇ ਹੋਣੇ ਨੇ? ਦੇਵਤਾ ਕਿਉਂ? ਕਹਿੰਦੇ ਦੇਵਤਾ ਤਾਂ ਹੈ ਉਮਰਾ ਜਵਾਨ ਹੈ, ਸਰੀਰ ਵਿੱਚ ਸ਼ਕਤੀ ਹੈ ਤੇ ਇਸ ਉਮਰ ਵਿੱਚ ਰੱਬ ਨਾਲ ਪ੍ਰੀਤ ਪਾ ਬੈਠਾ ਹੈ। ਦੇਵਤੇ ਇਹ ਹੀ ਹੁੰਦੇ ਨੇ, ਹੋਰ ਕੋਈ ਨਹੀਂ ਹੁੰਦੇ। ਇਹਨੂੰ ਦੇਵਤਾ ਕਹਿੰਦੇ ਨੇ। ਸ਼ਕਤੀ ਕੋਲ, ਮਾਇਆ ਕੋਲ, ਸਰੀਰ ਦੀ ਤਾਕਤ ਕੋਲ ਹੈ ਤੇ ਹੁਣ ਰੱਬ ਨੂੰ ਯਾਦ ਕੀਤਾ। ਕਹਿੰਦੇ ਫਿਰ ਦੈਂਤ ਵੀ ਦਿਖਾਓ। ਕਹਿਣ ਲੱਗੇ ਦੈਂਤ ਉਹਨੂੰ ਕਹਿੰਦੇ ਨੇ ਉਮਰ ਲੰਘ ਵੀ ਗਈ ਸਾਰੀ, ਬੁਢੇਪਾ ਵੀ ਆ ਗਿਆ, ਅਜੇ ਵੀ ਚੱਜ ਦਾ ਕੰਮ ਕੋਈ ਨਹੀਂ ਕਰਨਾ। ਇਹ ਤਾਂ ਦੈਂਤ ਨੇ, ਹੋਰ ਕੌਣ ਨੇ? ਉਮਰ ਸਾਰੀ ਗੁਜ਼ਰ ਗਈ, ਲੰਘਾ ਦਿੱਤੀ ਸਾਰੀ, ਕੰਮ ਇੱਕ ਵੀ ਠੀਕ ਨਹੀਂ ਕੀਤਾ ਜੀਵਨ ਵਿੱਚ, ਪਰ ਅਜੇ ਵੀ ਸਮਝ ਨਹੀਂ ਆਈ। ਹੁਣ ਤੇ ਅੱਖਾਂ ਵੀ ਜਵਾਬ ਦੇ ਗਈਆਂ, ਅੱਖਾਂ ਜਵਾਬ ਦੇ ਗਈਆਂ, ਐਨਕ ਲਵਾ ਲਈ, ਪਰ ਦੇਖਣਾ ਨਹੀਂ ਛੱਡਿਆ। ਅੰਦਰ ਦੀ ਲਾਲਸਾ ਨਹੀਂ ਗਈ, ਲੋਚਾ ਨਹੀਂ ਮਰੀ। ਕਹਿੰਦੇ ਆ ਇਹਨੇ ਦੈਂਤ, ਹੋਰ ਕੌਣ ਨੇ? ਜ਼ਿੰਦਗੀ ਬੜੀ ਸੋਹਣੀ ਦਿੱਤੀ ਪਰਮਾਤਮਾ ਨੇ, ਬੜੀ ਸੁੰਦਰ। ਇਹ ਨਹੀਂ, ਮਨੁੱਖੀ ਹੀ ਇੱਕ ਦੇਹ ਐਸੀ ਹੈ ਜਿਹੜੀ ਭੋਗ ਜੂਨੀ ਵੀ ਹੈ ਤੇ ਵਿਰਾਗ ਜੂਨੀ ਵੀ। 2 ਚੀਜ਼ਾਂ ਇਹਦੇ ਵਿੱਚ ਇਕੱਠੀਆਂ ਨੇ। ਨਹੀਂ ਤੇ ਸਾਰੀਆਂ ਜੂਨਾਂ ਜਿਹੜੀਆਂ ਨੇ ਭੋਗ ਜੂਨੀਆਂ ਨੇ, ਸਿਰਫ ਖਾਣਾ ਪੀਣਾ, ਸੌਣਾ, ਬੱਚੇ ਪੈਦਾ ਕਰਨੇ, ਇਹ ਉਹਨਾਂ ਵਿੱਚ। ਬੰਦੇ ਕੋਲ ਦੋਵੇਂ ਚੀਜ਼ਾਂ ਨੇ। ਰਾਜ ਜੋਗੀ, ਇਹ ਰਾਜ ਦੇ ਅਰਥ ਨੇ ਸੰਸਾਰ ਦੇ ਵਿੱਚ ਵੀ ਰਹਿ ਸਕਦਾ ਹੈ ਤੇ ਯੋਗੀ ਯੋਗ ਵੀ ਕਰ ਸਕਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਲ। 2 ਹਿੱਸੇ ਨੇ ਇਹਦੇ ਵਿੱਚ। ਮੈਂ ਸਵੇਰੇ ਸ਼ਾਇਦ ਬੇਨਤੀ ਕੀਤੀ ਸੀ, ਸਾਡੇ ਜੀਵਨ ਦੇ 2 ਹਿੱਸੇ ਨੇ, ਅੱਧਾ ਹਿੱਸਾ ਮਾਇਆ, ਅੱਧਾ ਹਿੱਸਾ ਪਰਮਾਤਮਾ ਹੈ। 50-50% ਹੈ ਸਾਡਾ ਜੀਵਨ।
ਮਨੁੱਖ ਦੁਬਦਾ ਵਿੱਚ ਕਿਉਂ ਜਿਉਂਦਾ? 50% ਸੰਸਾਰ ਵੱਲ ਮਨ ਉਹਦਾ ਖਿੱਚਿਆ ਜਾਂਦਾ, 50% ਪਰਮਾਤਮਾ ਵੱਲ। ਇਹ ਖਿੱਚ ਤਾਣ ਬਣੀ ਰਹਿੰਦੀ। ਬੰਦੇ ਦਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਚੀਜ਼ ਨੂੰ ਦੋਵਾਂ ਪਾਸਿਓਂ ਫੜ ਕੇ ਖਿੱਚੋ। ਰੱਬ ਤੋਂ ਜਾਨ ਨਹੀਂ ਛੁੱਟਦੀ, ਕਿਉਂਕਿ ਉਹਦੇ ਵਿੱਚੋਂ ਪੈਦਾ ਹੋਇਆ ਹੈ, ਉਹਨੇ ਵੀ ਖਿੱਚਣਾ ਜ਼ਰੂਰ। ਮਾਇਆ ਤੋਂ ਜਾਨ ਤਾਂ ਨਹੀਂ ਛੁੱਟਦੀ, ਰਹਿੰਦਾ ਮਾਇਆ ਵਿੱਚ। ਇਸ ਕਰਕੇ ਬੜਾ ਦੁੱਖ, ਦੋਵਾਂ ਪਾਸੇ ਖਿੱਚ ਪੈਂਦੀ ਹੈ। ਇਹਦਾ ਇੱਕੋ ਇਲਾਜ ਦੱਸਿਆ ਸਤਿਗੁਰੂ ਨੇ। ਕਹਿੰਦੇ ਤੂੰ ਰੱਬ ਨਾਲ ਪ੍ਰੀਤ ਕਰ, ਉਹਦਾ ਨਾਮ ਜਪ, ਤੇਰੀ ਜ਼ਿੰਦਗੀ ਦੇ ਆਪਣੇ ਆਪ ਸਹਿਜੇ ਸਹਿਜੇ 2 ਧਿਆਨ ਬਣ ਜਾਣਗੇ, ਡਬਲ ਧਿਆਨ ਹੋ ਜਾਣਗੇ ਤੇਰੇ। ਉਹ ਧਿਆਨ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹਦਾ ਇਲਾਜ ਕੀ ਹੈ? ਕਿਉਂਕਿ ਬੰਦਾ ਹੈ ਹੀ ਦੁਐਤ, 2 ਚੀਜ਼ਾਂ ਵਿੱਚੋਂ ਪੈਦਾ ਹੋਇਆ ਹੈ। ਆ ਬੁਲਬੁਲੇ ਦੀ ਗੱਲ ਕੀਤੀ ਨਾ ਗੁਰੂ ਤੇਗ ਬਹਾਦਰ ਸਾਹਿਬ, ਬੁਦਬੁਦਾ ਕਿਵੇਂ ਪੈਦਾ ਹੁੰਦਾ ਹੈ? ਜੇ ਪਾਣੀ ਖੜਾ ਹੋਵੇ ਕੋਈ ਬੁਲਬੁਲਾ ਪੈਦਾ ਨਹੀਂ ਹੋਵੇਗਾ। ਬੁਲਬੁਲਾ ਉਦੋਂ ਪੈਦਾ ਹੁੰਦਾ ਜਦੋਂ ਖੜੇ ਪਾਣੀ ਦੇ ਉੱਤੇ ਹਨੇਰੀ ਵਗਦੀ ਏ, ਹਨੇਰੀ ਦੇ ਨਾਲ ਛੱਲਾਂ ਬਣਦੀਆਂ ਨੇ, ਛੱਲਾਂ ਜਦੋਂ ਕਿਨਾਰੇ ਨਾਲ ਟਕਰਾਉਂਦੀਆਂ ਨੇ, ਉਸ ਟਕਰਾਅ ਤੋਂ ਬੁਲਬੁਲੇ ਬਣਦੇ ਨੇ, ਫਿਰ ਉਹ ਮਿਟਦੇ ਨੇ। ਸੰਸਾਰ ਵੀ ਇਸੇ ਤਰ੍ਹਾਂ ਹੈ। ਜਦੋਂ ਇਸ ਕਾਇਨਾਤ ਵਿੱਚ ਕੋਈ ਹਲਚਲ ਹੁੰਦੀ ਏ, ਉੱਥੋਂ ਸੰਸਾਰ ਪੈਦਾ ਹੁੰਦਾ ਹੈ, ਉੱਥੋਂ ਬੁਲਬੁਲੇ ਪੈਦਾ ਹੁੰਦੇ ਨੇ। ਕਹਿਣ ਲੱਗੇ ਇਸ ਧਰਤੀ ਤੇ ਰਹਿੰਦਿਆਂ ਤੂੰ ਪ੍ਰੀਤ ਕਰ ਇੱਕ ਨਾਲ। ਜਿਉਂ-ਜਿਉਂ ਇੱਕ ਨਾਲ ਪ੍ਰੀਤ ਕਰੇਗਾ ਤੇ ਤੈਨੂੰ ਅੰਦਰ ਤੇ ਬਾਹਰ ਦੀ ਸੋਝੀ ਆ ਜਾਏਗੀ। ਤੇਰੇ ਜੀਵਨ ਦੇ 2 ਧਿਆਨ ਹੋ ਜਾਣਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਦਾ ਜ਼ਿਕਰ ਕਰਦੇ ਨੇ। ਕਹਿੰਦੇ ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਜ਼ਿੰਦਗੀ ਦੇ 2 ਹਿੱਸੇ ਹੋ ਗਏ। ਮਨਮੁਖ ਵਿੱਚ ਵੀ ਦੁਬਦਾ ਹੈ, ਗੁਰਮੁਖ ਵਿੱਚ ਵੀ 2 ਹੀ ਚੀਜ਼ਾਂ ਕੰਮ ਕਰਦੀਆਂ ਨੇ। ਉਹ 2 ਹਿੱਸੇ ਹੋ ਜਾਂਦੇ ਨੇ। ਬਾਹਰ ਬੋਲੀ ਜਾਂਦਾ ਹੈ, ਅੰਦਰ ਸ਼ਬਦ ਨਾਲ ਜੁੜਿਆ ਰਹਿੰਦਾ ਹੈ। ਉਹਦੀ ਅੰਦਰੋਂ ਤਾਰ ਨਹੀਂ ਟੁੱਟਦੀ। ਜਿੰਨੀ ਮਰਜ਼ੀ ਦੂਰ ਚਲਾ ਜਾਏ ਸੰਸਾਰ ਵਿੱਚ, ਉਹਦਾ ਕਨੈਕਸ਼ਨ ਅੰਦਰ ਬਣਿਆ ਰਹਿੰਦਾ ਨਾਮ ਨਾਲ। ਤੇ ਜਦੋਂ ਉਹਦਾ ਸੰਸਾਰ ਦਾ ਕਾਰਜ ਪੂਰਾ ਹੋ ਜਾਂਦਾ ਹੈ, ਉਹਨੂੰ ਥੋੜ੍ਹਾ ਜਿਹਾ ਬਹਿਣ ਦਾ ਵਕਤ ਮਿਲਦਾ, ਵਾਪਸ ਫਿਰ ਆਪਣੇ ਸੈਂਟਰ 'ਤੇ ਆ ਕੇ ਉਤਰ ਜਾਂਦਾ ਹੈ, ਉੱਥੇ ਫਿਰ ਟਿਕ ਜਾਂਦਾ। ਇਹ ਉਹਦੀ ਜੁਗਤ ਹੈ ਜੀਵਨ ਦੀ। ਗੁਰੂ ਗ੍ਰੰਥ ਸਾਹਿਬ ਵਿੱਚ ਸਿਖਾਈ ਗਈ ਹੈ ਕਿ ਵਿੱਚੋਂ ਨਿਕਲ ਕੇ ਕੰਮ ਕਰਨਾ, ਸੰਸਾਰ ਵਿੱਚੋਂ ਫਿਰ ਵਾਪਸ ਆ ਜਾਣਾ। ਇਸ ਕਰਕੇ 2 ਸਮੇਂ ਦਾ ਅਭਿਆਸ ਦਿੱਤਾ। ਇਹ ਜਾਚ, ਇਹ ਜੁਗਤ, ਇਹ ਤਰੀਕਾ ਉਹਨਾਂ ਨੂੰ ਲੱਭਾ ਜਿਨ੍ਹਾਂ ਨੇ ਦੋਵੇਂ ਵਕਤ ਅਭਿਆਸ ਕੀਤਾ ਬਾਣੀ ਦਾ, ਨਾਮ ਦਾ। ਵੈਸੇ ਨਹੀਂ ਸਿੱਧਾ ਸੋਚਣ ਨਾਲ ਬੜੇ ਫਿਲਾਸਫਰ ਨੇ ਇਸ ਧਰਤੀ ਤੇ, ਬੜੇ ਸਕੋਲਰਸ ਨੇ ਇਸ ਧਰਤੀ ਤੇ। ਸਮਝਿਆ ਜਾ ਸਕਦਾ ਬੜਾ ਕੁਝ, ਸਮਝਣ ਨਾਲ ਹੁੰਦਾ ਨਹੀਂ। ਖਿਆਲ ਕਰਨਾ, ਸਮਝਣਾ ਸਿਰਫ ਇਸ ਤਰ੍ਹਾਂ ਦਾ ਹੈ ਕਿ ਸਿਰਫ ਇੱਕ ਮੈਪ ਹੱਥ ਵਿੱਚ ਆ ਗਿਆ, ਨਕਸ਼ਾ। ਚੰਗੀ ਗੱਲ ਹੈ, ਸਹਾਇਕ ਹੋ ਸਕਦੀ ਸਮਝ, ਨਕਸ਼ਾ ਹੋ ਸਕਦਾ। ਕਿਸੇ ਆਦਮੀ ਨੇ ਕਿਹਾ, ਇੱਕ ਕਹਾਣੀ ਬੜੀ ਸੁੰਦਰ ਹੈ। ਉਹ ਸਾਧ ਸੰਗਤ ਸਾਰੀ ਜ਼ਿੰਦਗੀ ਹਿਮਾਲਿਆ ਦੀ ਯਾਤਰਾ ਤੇ ਨਹੀਂ ਸੀ ਜਾ ਸਕਿਆ, ਬੜਾ ਫਸਿਆ ਰਿਹਾ ਸੰਸਾਰ ਵਿੱਚ। ਜੀ ਕਰਦਾ ਉਹਦਾ, ਬੜਾ ਉਹਦਾ ਮਨ ਸੀ ਹਿਮਾਲਿਆ ਦੀ ਯਾਤਰਾ ਕਰਾਂ। ਕੋਈ ਉਸ ਨੂੰ ਮਿਲ ਗਿਆ ਸਕਾਲਰਸ, ਉਹਨੇ ਕਿਹਾ ਇਹ ਤੇ ਗੱਲ ਹੀ ਕੋਈ ਨਹੀਂ, ਕੀ ਲੋੜ ਇੰਨੀ ਦੂਰ ਜਾਣ ਦੀ। ਉਹਨੇ ਕਿਹਾ ਇੱਥੇ ਬਣਾ ਲੈ ਹਿਮਾਲਿਆ, ਤੇਰੇ ਕੋਲ ਥਾਂ ਬੜੀ, ਤੇਰੇ ਘਰ ਦੇ ਸਾਹਮਣੇ। ਉਹਨੇ ਆਪਣੇ ਘਰ ਦੇ ਸਾਹਮਣੇ ਨਾ ਬਾਹਰਲੇ ਪਾਸੇ ਥੋੜ੍ਹਾ ਜਿਹਾ ਥਾਂ ਮੱਲਿਆ, ਉੱਥੇ ਛੋਟੀ ਛੋਟੀਆਂ ਪਹਾੜੀਆਂ ਖੜੀਆਂ ਕਰ ਲਈਆਂ, 2-4 ਇੱਧਰ ਉੱਚੇ ਨੀਵੇਂ ਜਿਹੇ ਥਾਂ ਬਣਾ ਲਏ। ਰੋਜ਼ ਸਵੇਰੇ ਉੱਠੇ ਕਰੇ ਤੇ ਉੱਥੇ ਚੜ੍ਹ ਕੇ ਉਤਰ ਜਾਇਆ ਕਰੇ। ਨਾਲੇ ਮਿੱਤਰਾਂ ਨੂੰ ਕਹੇ ਮੈਂ ਰੋਜ਼ ਹਿਮਾਲਿਆ ਜਾਣਾ, ਰੋਜ਼ ਚਾਹੀਦਾ। ਉਹ ਕਹਿੰਦੇ ਹੱਦ ਹੋ ਗਈ, ਇੱਕ ਵਾਰੀ ਜਾਣਾ ਔਖਾ ਹੈ, ਤੂੰ ਰੋਜ਼ ਕਿਵੇਂ? ਕਹਿੰਦੇ ਗੱਲ ਹੀ ਕੋਈ ਨਹੀਂ, 2 ਮਿੰਟ ਦਾ ਕੰਮ ਹੈ। ਸਵੇਰੇ ਉੱਠ ਕੇ 2 ਮਿੰਟ ਵਿੱਚ ਮਾਡਲ ਬਣਾਇਆ ਹੋਇਆ ਹਿਮਾਲਿਆ ਦਾ, ਚੜ੍ਹ ਕੇ ਉਤਰ ਆਉਣਾ, ਕੀ ਫਰਕ ਪੈਂਦਾ? ਜਾਏ ਉੱਥੇ ਕੀ ਜਾਣਾ ਹੋਇਆ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਭੁੱਖੇ ਮੁੱਲਾਂ ਘਰੇ ਮਸੀਤ। ਜਦੋਂ ਕਹਿੰਦੇ ਨੇ ਰੱਬ ਤੱਕ ਨਾ ਪਹੁੰਚਿਆ ਜਾਏ, ਉਦੋਂ ਇਹ ਚੰਗਾ ਹੈ ਉਹ ਕਹਿ ਦੇਵੇ ਰੱਬ ਮੇਰੇ ਕੋਲ ਹੀ ਆਉਂਦਾ, ਇੱਥੇ ਰਹਿੰਦਾ ਮੇਰੇ ਘਰ। ਗੱਲ ਸੌਖੀ ਹੈ। ਕਿੱਥੇ ਕੌਣ ਉਦਮ ਕਰੇਗਾ, ਕੌਣ ਕਮਾਏਗਾ? ਨਕਸ਼ਾ ਬਣਾਓ ਤੇ ਕਹੋ ਪਹੁੰਚ ਗਏ। ਨਕਸ਼ਾ ਬਣਾਓ, ਕਾਗਜ਼ ਤੇ ਲਿਖੋ, ਇਹ ਹੈ ਅੰਮ੍ਰਿਤਸਰ
ਤੇ ਸਿੱਧੇ ਉਹਦੇ ਧਿਆਨ ਟਿਕਾਓ, ਅੰਮ੍ਰਿਤਸਰ ਪਹੁੰਚ ਗਿਆ। ਅੰਮ੍ਰਿਤਸਰ ਤੁਰ ਕੇ ਜਾਣ ਦੀ ਕੀ ਲੋੜ ਹੋਈ? ਕੀ ਲੋੜ ਪਈ ਗੰਗਾ ਤੇ ਤੁਰ ਕੇ ਜਾਣ ਦੀ? ਕੌਣ ਜਾਏ ਮੱਕੇ ਤੇ? ਇੱਥੇ ਹੀ ਹੋ ਗਿਆ ਸਾਰਾ ਕੁਝ। ਬੰਦੇ ਨੇ ਆਪਣੇ ਮਨ ਵਿੱਚ ਕਲਪਨਾਵਾਂ ਕਰ ਲਈਆਂ ਨੇ ਧਰਮ ਦੀਆਂ ਕਿ ਮੈਂ ਹੋ ਗਿਆ, ਬਸ ਮੈਂ ਹੋ ਗਿਆ। ਬੜੀਆਂ ਸੁੰਦਰ ਕਹਾਣੀਆਂ ਕਈਆਂ ਨੇ ਸਮਝਾਉਣ ਵਾਸਤੇ। ਕੋਈ ਬ੍ਰਾਹਮਣ ਸਨ ਤੇ ਉਹ ਬੜੀ ਲੰਬੀ ਉਹਨਾਂ ਦੀ ਪੂਜਾ ਸੀ, ਬੜੇ ਲੰਮੀਆਂ ਪੰਕਤੀਆਂ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿਖਾਇਆ ਵੀ ਤੂੰ ਵੀ ਪੂਜਾ ਕਰਿਆ ਕਰ, ਤੂੰ ਵੀ ਇੰਨਾ ਲੰਮਾ ਪਾਠ ਕਰਿਆ ਕਰ। ਘੰਟਾ ਲੱਗਦਾ ਸੀ। ਹੁਣ ਉਹ ਬੱਚਾ ਪੜ੍ਹਨਾ ਵੀ ਉਸਨੇ, ਕੁਝ ਬੱਚੇ ਜਿਹੜੇ ਨੇ ਅੱਜ ਕੱਲ੍ਹ ਕਰਕੇ ਰਾਜੀ ਨਹੀਂ। ਉਹਨੇ 2 ਕੁ ਦਿਨ ਤੇ ਉਹ ਘੰਟਾ ਲਾਇਆ ਜੋ ਬਾਪ ਨੇ ਕਿਹਾ ਸੀ, ਤੇ ਤੀਜੇ ਦਿਨ ਉਸ ਆਸਨ ਤੇ ਬੈਠਾ ਤੇ ਨਾਲ ਹੀ ਉੱਠ ਪਿਆ। ਪਿਤਾ ਨੇ ਕਿਹਾ ਇੰਨੀ ਜਲਦੀ 1 ਘੰਟੇ ਦਾ ਕੰਮ 1 ਪਲ ਵਿੱਚ ਮੁਕਾ ਕੇ ਉੱਠ ਪਿਆ? ਕੀ ਗੱਲ, ਤੂੰ ਪਾਠ ਪੂਜਾ ਨਹੀਂ ਕੀਤਾ? ਉਹਨੇ ਕਿਹਾ ਕਰਕੇ ਆਇਆ। ਕਹਿੰਦੇ ਇੰਨੇ ਚਿਰ ਵਿੱਚ? ਕਹਿੰਦੇ ਮੈਂ ਇੰਨੇ ਚਿਰ ਵਿੱਚ ਹੀ ਕਰ ਲੈਣਾ। ਉਹਨੇ ਕਿਹਾ ਨਹੀਂ ਤੂੰ ਝੂਠ ਬੋਲਣਾ। ਕਹਿੰਦੇ ਕੱਲ੍ਹ ਨੂੰ ਤੁਸੀਂ ਮੇਰੇ ਨਾਲ ਆ ਜਾਣਾ, ਜਿਹੜਾ ਕੰਮ ਤੁਸੀਂ ਘੰਟੇ ਵਿੱਚ ਕਰਦੇ ਹੋ ਮੈਂ 1 ਪਲ ਵਿੱਚ ਕਰਕੇ ਦਿਖਾ ਦਿਆਂਗਾ। ਦੂਜੇ ਦਿਨ ਉਹ ਨਾਲ ਗਿਆ। ਬੱਚਾ ਬੈਠਾ, ਬਹਿੰਦਿਆਂ ਸਾਰ ਉਹਨੇ ਇੱਕ ਸ਼ਬਦ ਕਿਹਾ। ਕਹਿੰਦਾ ਜੋ ਕੱਲ੍ਹ ਸੀ ਉਹ ਅੱਜ ਵੀ ਹੋ ਗਿਆ। ਉੱਠ ਪਿਆ ਉਸੇ ਵੇਲੇ। ਜੋ ਕੱਲ੍ਹ ਕੀਤਾ ਸੀ ਉਹ ਅੱਜ ਵੀ ਹੋ ਗਿਆ। ਉੱਠ ਪਿਆ। ਕਹਿੰਦੇ ਤੂੰ ਕੀਤਾ ਨਹੀਂ? ਕਹਿੰਦੇ ਹੋ ਤੇ ਗਿਆ, ਜੋ ਕੱਲ੍ਹ ਕੀਤਾ ਸੀ ਉਹ ਅੱਜ ਹੋ ਗਿਆ, ਬਸ ਗੱਲ ਖਤਮ ਹੋ ਗਈ। ਜੋ ਕੱਲ੍ਹ ਸੀ ਅੱਜ ਹੋ ਗਿਆ, ਗੱਲ ਖਤਮ ਹੋ ਗਈ। ਇਹ ਧਰਮ ਇਸ ਤਰ੍ਹਾਂ ਦਾ ਹੈ ਨਹੀਂ ਕਿ ਜਿਹਨੂੰ ਇਹ ਕਹੀਏ ਜੋ ਕੱਲ੍ਹ ਸੀ ਉਹ ਅੱਜ ਵੀ ਹੋ ਗਿਆ। ਇਹ ਨਵਾਂ, ਇਹ ਜੀਵਨ ਹੈ। ਇਹਨੂੰ ਨਵਾਂ ਰੋਜ਼ ਕਰਨਾ ਪੈਂਦਾ, ਰੋਜ਼ ਹੰਡਾਉਣਾ ਪੈਂਦਾ। ਇਹ ਘਰ ਦੀ ਮਸੀਤ ਨਹੀਂ, ਇਹ ਨਕਸ਼ੇ ਤੇ ਨਹੀਂ ਜਾਇਆ ਜਾ ਸਕਦਾ, ਇਹ ਸਮਝ ਕੇ ਨਹੀਂ ਪਹੁੰਚਿਆ ਜਾ ਸਕਦਾ। ਇਸ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਨਾਮ ਇਸ ਤਰ੍ਹਾਂ ਦਾ ਜਦੋਂ ਮੰਨੀਏ ਫਿਰ ਹੀ ਪਤਾ ਲੱਗੇਗਾ। ਬੋਲਿਆਂ ਸਮਝਿਆਂ ਪੜ੍ਹਿਆਂ ਸੁਣਿਆ ਗੱਲ ਨਹੀਂ ਸਿਰੇ ਨਹੀਂ ਚੜ੍ਹਦੀ, ਸ਼ੁਰੂ ਹੋ ਸਕਦੀ ਹੈ। ਗੁਰੂ ਸਾਹਿਬ ਨੇ ਕਿਹਾ ਨਾਨਕ ਗਿਆ ਜਾਪੈ ਜਾਏ। ਜੇ ਕੋਈ ਜਾਏਗਾ ਇਹਨਾਂ ਥਾਵਾਂ ਤੇ ਜਿਹੜੀਆਂ ਗੁਰਬਾਣੀ ਵਿੱਚ ਕਹੀਆਂ ਨੇ, ਉਹਨਾਂ ਦੀ ਅਸਲੀਅਤ ਉਦੋਂ ਹੀ ਪਤਾ ਲੱਗੇਗੀ। ਉਹਦੇ ਤੋਂ ਪਹਿਲਾਂ ਚੰਗੀ ਗੱਲ ਹੈ ਪੜ੍ਹਨਾ, ਮਾੜਾ ਨਹੀਂ। ਚੰਗੀ ਗੱਲ ਹੈ ਅਰਥ ਸਮਝਣੇ, ਮਾੜੀ ਨਹੀਂ। ਜਿੱਦਣ ਜਾਵਾਂਗੇ ਉਦਣ ਪਹੁੰਚਾਂਗੇ। ਉਸ ਤੋਂ ਪਹਿਲਾਂ ਸਮਝ ਸਕਨੇ ਹਾਂ, ਉਸ ਤੋਂ ਪਹਿਲਾਂ ਪੜ੍ਹ ਸਕਨੇ ਹਾਂ, ਬੜੀ ਚੰਗੀ ਗੱਲ ਹੈ। ਉਹਦੇ ਵਿੱਚ ਕੋਈ ਘਾਟਾ ਨਹੀਂ, ਕਰ ਲੈਣਾ ਚਾਹੀਦਾ, ਪਰ ਬਿਨਾਂ ਪਹੁੰਚਣ ਤੋਂ ਨਹੀਂ। ਬੇਨਤੀ ਕਰ ਰਿਹਾ ਸਾਂ, ਸੰਸਾਰ ਬੁਲਬੁਲ ਹੈ। ਗੁਰੂ ਸਾਹਿਬ ਇਹਦੀ ਅਸਲੀਅਤ ਸਮਝਾ ਰਹੇ ਨੇ, ਕਿਉਂਕਿ ਦੂਜੀ ਦਾਤ ਜੀਵਨ ਦੀ ਪਰਮਾਤਮਾ ਦੀ ਬਖਸ਼ਿਸ਼ ਦੀ ਤਾਂ ਝੋਲੀ ਵਿੱਚ ਪਏਗੀ। ਇਹ ਪਹਿਲੀ ਛੁੱਟੇਗੀ ਤੇ ਪਹਿਲੀ ਛਡਾਉਣ ਦਾ ਹੋਰ ਕੋਈ ਉਪਾਅ ਨਹੀਂ। ਸੰਸਾਰ ਨੂੰ ਛੱਡਣ ਦਾ ਕੋਈ ਵੀ ਹੋਰ ਤੌਰ ਤਰੀਕਾ ਨਹੀਂ। ਬੰਦੇ ਦਾ ਮਦ ਇੰਨਾ ਹੈ, ਹੰਕਾਰ ਇੰਨਾ ਹੈ, ਨਾ ਉਹ ਸੰਸਾਰ ਛੁੱਟੇ ਇਹਦੇ ਮਨ ਵਿੱਚੋਂ, ਨਾ ਸੰਸਾਰ ਨਿਕਲੇ ਤੇ ਨਾ ਅੰਦਰ ਬਾਣੀ ਟਿਕੇ। ਇਸ ਕਰਕੇ ਇਹ ਸ਼ਬਦ ਵਰਤੇ ਗਏ ਨੇ, ਤੂੰ ਕਾਏ ਗਰਭੈ ਬਾਵਲੀ। ਇੱਥੇ ਜਿੰਦ ਨੂੰ ਸਮਝਾ ਰਹੇ ਨੇ। ਬਾਵਲੀ ਦਾ ਅਰਥ ਹੈ ਕਮਲੀ। ਹੇ ਕਮਲੀ ਜਿੰਦ, ਤੂੰ ਕਿਉਂ ਹੰਕਾਰ ਕਰਨੀ ਹੈ? ਜੈਸੇ ਭਾਦੋਂ ਖੂੰਬ ਰਾਜ, ਭਾਦਰੋਂ ਦੇ ਦਿਨਾਂ ਵਿੱਚ ਖੁੰਬ ਉਗਦੀ ਏ, ਉਹਦੀ ਉਮਰ 6-7 ਘੰਟੇ ਹੁੰਦੀ। ਜੈਸੇ ਭਾਦੋਂ ਖੂੰਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਹੇ ਮੇਰੀ ਜਿੰਦ, ਤੂੰ ਤੇ ਉਹਦੇ ਤੋਂ ਵੀ ਪਹਿਲਾਂ ਕੋਈ ਪਤਾ ਨਹੀਂ 7 ਘੰਟੇ ਨਿਕਲਣ ਕਿ ਨਾ। ਤੂੰ ਤਿਸ ਤੇ ਖਰੀ ਉਤਾਵਲੀ। ਬਾਬਾ ਫਰੀਦ ਜੀ ਨੂੰ ਮੈਂ ਸੁਣਿਆ, ਕਿਸੇ ਨੇ ਬੜੀ ਸੋਹਣਾ ਇੱਕ ਸਾਧ ਸੰਗਤ ਸਰੀਰ ਤੇ ਪਾਉਣ ਲਈ ਇੱਕ ਜਾਮਾ ਭੇਟ ਕੀਤਾ, ਤੇ ਜਾਮਾ ਸੀ ਬੜਾ ਸੋਹਣਾ। ਉਹਨਾਂ ਵੇਖ ਕੇ, ਕਿਉਂਕਿ ਜਦੋਂ ਮਨ ਹੋਵੇ ਨਾ ਸਾਧ ਸੰਗਤ ਪਰਮਾਤਮਾ ਦੇ ਪਿਆਰ ਵਿੱਚ, ਉਹਨੂੰ ਫਿਰ ਧਾਰਮਿਕ ਗ੍ਰੰਥਾਂ ਦੀ ਬਹੁਤੀ ਲੋੜ ਨਹੀਂ ਰਹਿੰਦੀ। ਜਿੱਧਰ ਵੇਖਦਾ ਉੱਥੋਂ ਹੀ ਗਿਆਨ ਪੈਦਾ ਹੋ ਜਾਂਦਾ ਹੈ। ਦ੍ਰਿਸ਼ਟੀ ਵਿੱਚ ਗਿਆਨ ਆ ਜਾਣਾ, ਬਾਹਰ ਵੀ ਗਿਆਨ। ਚੋਗਾ ਉਹਨੇ ਭੇਟ ਕੀਤਾ, ਜਾਮਾ ਦਿੱਤਾ, ਤੇ ਬਾਬਾ ਫਰੀਦ ਸਾਹਿਬ ਉਹਨੂੰ ਧਿਆਨ ਨਾਲ ਵੇਖਦੇ ਨੇ। ਉਹਨੇ ਕਿਹਾ ਜੀ ਤੁਸੀਂ ਪਹਿਨੋ। ਕਹਿੰਦੇ ਪਹਿਨ ਲਵਾਂਗੇ,
पर मैनू ये विचों बड़ी नसीहत पे मिलती। किहड़ी नसीहत? कहन लगे ये जिहड़ा तू मैनू जामा भेंट कीता, जिहड़ा कमीज दिता है, ये इस तन नालों इहदी उम्र ज़्यादा है। कहन लगे की पता की गल? कहंदे ये जिंद नालों ये ज़्यादा जिउंदा रह सकदा है। उन्हें कहा ये किवें? कहंदे जे ये किते पाठ गया तेनू सूई धागा लैके गंढ लईदा है, गंढिया जांदा है। पर जिस तन दे उत्ते मैं पाउणा, जिहदे वास्ते तू लिया, जिदण ये पाठ गया सजना, उदण इहनू सिउण वास्ते धागा कोई नहीं बनिया। ये जिंद नहीं कितों सीपदी। सलोक उन्हां उचारिया, फरीदा खिंथड़ मेखां अगलियां। खिंथड़ कहंदे ने भावें आपां शरीर ते पाण वाला कपड़ा कह लीए, अर्थ कोई भी हो सकते हैं। एक वस्त्र जिहड़ा शरीर ते पाईए। कई बारी ना ज्ञान अड़चन बन जाता। ज्ञान चाहिदा जरूर है, साध संगत, पर कई बारी बहुता अड़चन बन जाता है। जुत्ती सुखदाई है, कंडियां तो लंघना होवे तां जोड़ा पाया होवे, बंदा लंघ जाता, कंडियां तो बच जाता है। पर रब ना करे कि जुत्ती दे विच किल दी नोक उभर जाए, वो फिर उन्होंने तुरने नहीं देती। जोड़ा चंगा है, पैरों विच पाया होवे बंदा रोड़ियां तो बचदा है, कंडियां तो बचदा है। पर जे ज्ञान गलत हो गया, तुसीं वेखना जिहड़ी जुत्ती सुखदाई हुंदी है, जे उहदे विच लगे हुंदे ना छोटे छोटे किल, जे किते छोटा जिहा बाहर निकल गया, बस एक कदम भी नहीं तुरन देंदी वो। ज्ञान कई बारी गुरु तो वध हो जाए, जां हंकार दे आसरे आ जाए। साध संगत जिहड़े ज्ञान दे आसरे सुखाले तुरीदा है, वो ही ज्ञान बंदे नूं चुभदा है, चुभ पाउंदा है। इसलिए खिंथा ਇਹਦੇ अर्थ कई ने। मैं तां कह रहा, मैं एक थां ते अर्थ कीते, कहंदे खिंथा दे अर्थ कमीज ते नहीं हुंदे, व्यापक अर्थ ने। भावें कोई भी तुसी कपड़ा कह लो, ये जिहड़ी खिंथड़ दे अर्थ कोई भी बन सकते हैं। शरीर ते पाई हुई कफनी भी बन सकती, शरीर ते पाई हुई कमीज भी बन सकता, चोला भी, कुछ कह लो, कपड़ा है। कहंदे ये ते सीप जाएगी, जिंद नहीं सीप सकती। खिंथड़ मेखां अगलियां, जिंद न काई मेख, वारी आपो अपनी, चले मसायक शेख। मौत की याद तो बिना नहीं। एक फकीर बारे मैं सुनिया, घर विच रहिंदा सी ते बंदगी वाला सी, प्यार वाला सी खुदा दा। लोकां ने बड़ा तंग करना। इस तरह भी हुंदा है, धर्म ते तुरन वाले लोग बड़े घट हुंदे ने। साध संगत पुछण गिछण की आदत कई बारी वध जांदी। मैं समझना गलत नहीं, जे सच्चे मन नाल जगियासा होवे ते पुछना गलत नहीं, क्योंकि जे पुछ गिछ सांझ ना होवे गुरसिखां दी आपस विच, ते कई बारी बंदा अपने गलत राह ते तुरया जांदा, समझ नहीं आउंदी सारी उम्र। सांझ करनी चाहिए, पुछ गिछ लेना चाहिए। कई बारी वड्डा बंदा छोटियां तो पुछ लै, माड़ी नहीं। कई बारी छोटे जिन्हां नूं आपां कहने घट पता, वो कई राह दस दिंदे ने, तां पुछना गिछना माड़ा ते नहीं। पर यह जिहड़ा फकीर सी ना, बंदगी करे ते लोकां ने बड़ा आके इहनूं सताउणा जी, बहन ना देण। घर विच एक आया, दो तीन, तीजे चौथे ने कहा। ते मसले किहड़े सन? मसले ते संसार दे हुंदे ने, बहुते मसले सारे संसार दे ने। चलो ये भी नजिठने ही हुंदे ने कुछ ना कुछ, पर आपो अपना दायरा हुंदा सत्संग, आपो अपनी ड्यूटी हुंदी है। धार्मिक खेत्र दे विच भी कुछ लोकां दा काम सिर्फ ते सिर्फ हुंदा ज्ञान नाल संबंधित, संसार नाल घट हुंदा है। तां जदों लोकां ने बहुता सताउणा ते वो बहुत तंग हो गए, टाइम खाण लग गए बहुता। उन्हें की कीता? चंगा सी घर, उहदा कारोबार वधिया, उसका ड्राइंग रूम सी जिहदे विच रहिंदा सी, चंगा सी, शीशे वगैरह लगे सन, शो पीस बनिया होया सी। लोकां ने आउणा। वो एक दिन बाहर सैर करदा करदा सोचन लगा भी किवें समा निकले। ये तां लोग जे बाहर निकलीए तो बाहर राह विच 50 मिल जांदे ने पैरां नूं हत्थ लाउण वाले, घर जाइए तो 4 उत्थे बैठे। वो बाहर निकलिया तो उधर सी किते कब्रिस्तान,
ਉੱਥੇ ਕਿਸੇ ਬੰਦੇ ਦਾ ਕਿਤੇ ਕੁਦਰਤੀ ਪੁਰਾਣਾ, ਕਿਤੇ ਸੈਂਕੜੇ ਸਾਲ ਪੁਰਾਣਾ ਕਿਸੇ ਦਾ ਸਿਰ ਖੋਪਰੀ ਰੁਲਦੀ ਸੀ ਪਈ। ਉਹਦੇ ਮਨ ਵਿੱਚ ਖਿਆਲ ਆਇਆ, ਉਹਨੇ ਚੁੱਕੀ ਖੋਪਰੀ, ਥੋੜ੍ਹੀ ਜਿਹੀ ਉੱਥੋਂ ਪਾਣੀ ਨਾਲ ਧੋਦਾ ਲਈ, ਲਿਆ ਕੇ ਆਪਣੇ ਸ਼ੋਅ ਪੀਸ ਵਿੱਚ ਟਿਕਾ ਦਿੱਤੀ, ਡਰਾਇੰਗ ਰੂਮ ਵਿੱਚ ਰੱਖ ਕੇ ਬੈਠ ਗਿਆ। ਤੁਹਾਨੂੰ ਪਤਾ ਵੀ ਖੋਪਰੀ ਇਹ ਤਾਂ ਬਾਹਰੋਂ ਹੀ ਸਾਧ ਸੰਗਤ ਰੰਗ ਸ਼ੰਗ ਲੱਗਦਾ ਹੈ। ਜਦੋਂ ਥੋੜ੍ਹਾ ਜਿਹਾ ਇਹ ਵਿਚਲਾ ਜਿਹੜਾ ਹਿੱਸਾ ਕਿਤੇ ਤੁਸੀਂ ਵੇਖਿਆ ਹੋਇਆ ਨਾ, ਸਾਇੰਸ ਰੂਮ ਵਿੱਚ ਰੱਖਦੇ ਨੇ ਬਣਾ ਕੇ ਮਸਾਲੇ ਦੇ, ਜੇ ਕਿਤੇ ਰਾਤ ਨੂੰ ਦਿਸ ਪਏ ਤੇ ਬੰਦਾ ਕੰਧ ਤੋੜ ਕੇ ਬਾਹਰ ਨਿਕਲ ਜਾਏਗਾ। ਇਹਦੇ ਉੱਤੇ ਬੰਦਾ ਮਾਣ ਕਰਦਾ ਹੈ, ਇਹਨੂੰ ਕਹਿੰਦਾ ਹੈ ਕਿ ਵੇਖੋ ਕਿਵੇਂ ਦਾ ਲੱਗਦਾ ਹੈ, ਮੇਰੇ ਵੱਲ ਦੇਖਣਾ ਜਿਹੜਾ ਠੀਕ ਲੱਗਣਾ, ਇਸ ਤਰ੍ਹਾਂ ਦਾ ਹੈ। ਉਹ ਜਦੋਂ ਰੱਖੀ ਸਾਧ ਸੰਗਤ ਰਾਤ ਨੂੰ ਤੇ ਘਰ ਵਾਲੀ ਲੈ ਕੇ ਆਈ ਪ੍ਰਸ਼ਾਦਾ, ਉਹਦਾ ਧਿਆਨ ਪੈ ਗਿਆ, ਥਾਲੀ ਹੱਥੋਂ ਡਿੱਗ ਪਈ, ਇਹ ਕਿੱਥੋਂ ਆ ਗਿਆ? ਕਹਿਣ ਲੱਗੇ ਇਹ ਉਹ ਹੀ ਹੈ ਜਿਹਨੂੰ ਤੂੰ ਸਾਰਾ ਦਿਨ ਪਾਲਿਸ਼ ਕਰਨੀ ਹੈ, ਹੋਰ ਕੌਣ ਹੈ? ਇਹ ਕਿੱਥੋਂ ਲਿਆਂਦਾ? ਵੇਖੋ ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ। ਕਈਆਂ ਨੇ ਕਿਹਾ ਕੋਈ ਇਹਨੂੰ ਮਰਜ਼ ਹੋ ਗਈ ਹੈ, ਇਸ ਤਰ੍ਹਾਂ ਕੌਣ ਕਰਦਾ ਹੈ, ਕੁਝ ਚੰਬੜ ਗਿਆ ਹੈ, ਕੁਝ ਹੋ ਗਿਆ। ਚੰਗੀ ਤਰ੍ਹਾਂ ਪਤਾ ਕੀਤਾ, ਕਈਆਂ ਨੇ ਕਿਹਾ ਤੇ ਖੋਪਰੀ ਬੜੇ ਸਾਲਾਂ ਦੀ ਰੁਲਦੀ ਪਈ ਹੈ ਕਬਰਸਤਾਨ ਵਿੱਚ, ਵੇਖ ਕੇ ਪਰਿਓ ਲੰਘ ਜੀਦਾ। ਜਦੋਂ ਉਹਨੇ ਸੁਣਿਆ ਸਾਧ ਸੰਗਤ, ਉਹਨੇ ਸਗੋਂ ਹੱਥ ਵਿੱਚ ਫੜ ਲਈ, ਬੜਾ ਪਿਆਰ ਕੀਤਾ ਉਸ ਖੋਪਰੀ ਨੂੰ। ਬਸ ਖਾਲੀ ਹੋ ਗਿਆ, ਇਕੱਲਾ ਹੋ ਗਿਆ, ਵਿਰਲੇ ਵਿਰਲੇ ਆਉਣ। ਤਾਂ ਫਿਰ ਉਸਨੇ ਇੱਕ ਗੱਲ ਅੰਦਰ ਮਨ ਦੇ ਵਿੱਚ ਪੱਕੀ ਕਰ ਲਈ, ਮੌਤ ਹੀ ਹੈ ਜਿਹੜੀ ਰਾਹ ਦੇ ਸਕਦੀ ਬੰਦੇ ਨੂੰ ਧਰਮ ਦੇ ਮਾਰਗ। ਸ਼ਮਸ਼ਾਨ ਸੰਸਾਰ ਸੋਚਦਾ ਸ਼ਮਸ਼ਾਨ ਸਮਾਪਤੀ ਹੈ ਜੀਵਨ ਦੀ, ਧਰਮੀ ਬੰਦੇ ਦੀ ਸ਼ੁਰੂਆਤ ਹੀ ਸ਼ਮਸ਼ਾਨ ਘਾਟ ਤੋਂ ਹੁੰਦੀ ਹੈ, ਉੱਥੋਂ ਧਰਮ ਸ਼ੁਰੂ ਹੁੰਦਾ ਹੈ। ਕਬਰਿਸਤਾਨ ਤੋਂ ਧਰਮੀ ਬੰਦੇ ਦੀ ਸ਼ੁਰੂਆਤ ਹੁੰਦੀ ਹੈ। ਇਹ ਬੜਾ ਔਖਾ ਹੈ, ਬੜਾ ਅਨੋਖਾ ਲੱਗੇਗਾ। ਇਸ ਕਰਕੇ ਜਿੱਥੇ ਇਸ ਤਰ੍ਹਾਂ ਦੀ ਵਿਚਾਰ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉੱਥੇ ਮੇਲੇ ਨਹੀਂ ਲੱਗਣਗੇ, ਕਿਉਂਕਿ ਔਖਾ ਬੜਾ ਹੈ ਸੱਚ ਨੂੰ ਜਾਣਨਾ, ਸਮਝਣਾ ਤੇ ਕਮਾਉਣਾ। ਉੱਥੇ ਨਹੀਂ ਹੋਵੇਗੀ ਭੀੜ ਇਕੱਠੀ, ਕਿਉਂਕਿ ਇਹਦੇ ਵਿੱਚ ਸੱਚ ਪੂਰਾ ਜੋ ਕੁਝ ਵਿੱਚ ਲਿਖਿਆ ਹੋਇਆ। ਤਾਂ ਉਹਦੀ ਯਾਦ ਦੇ ਵਿੱਚੋਂ ਫਿਰ ਜਦੋਂ ਇਸ ਤਰ੍ਹਾਂ ਅੰਦਰ ਟਿਕ ਜਾਏ ਤੇ ਫਿਰ ਸਹਿਜੇ ਸਹਿਜੇ ਪਤਾ ਲੱਗਣ ਲੱਗ ਪੈਂਦਾ ਵੀ ਸਾਰਾ ਕੁਝ ਮਰਨ ਵਾਲਾ ਨਹੀਂ, ਇਹਦੇ ਵਿੱਚੋਂ ਉਸ ਚੀਜ਼ ਨੂੰ ਲੱਭੀਏ ਜੋ ਮਰਦੀ ਨਹੀਂ। ਜਦੋਂ ਉਹਦੀ ਖੋਜ ਤਾਂ ਸ਼ੁਰੂ ਹੋਵੇਗੀ ਜੇ ਪਹਿਲਾਂ ਮਰਨ ਵਾਲਾ ਦਿਸੇਗਾ, ਤੇ ਪਹਿਲਾਂ ਇਹਦੇ ਨਾਲੋਂ ਸਨੇਹ ਟੁੱਟੇਗਾ। ਉਹਦੀ ਖੋਜ ਬੰਦਾ ਤਾਂ ਕਰੇਗਾ ਜੋ ਅੰਦਰ ਸਦਾ ਜੀਵੰਤ ਹੈ, ਜਿਉਂਦਾ ਪਿਆ, ਉਹਦੇ ਨਾਲ ਤਾਂ ਜੁੜੇਗਾ। ਇਸ ਕਰਕੇ ਬੜੇ ਬੜੇ ਉਦਾਹਰਨ ਦਿੱਤੇ ਨੇ ਬਾਣੀ ਵਿੱਚ। ਕਬੀਰ ਸਾਹਿਬ ਕਹਿੰਦੇ ਨੇ, ਜੇ ਸਿਰ ਰਚ ਰਚ ਬੰਨ੍ਹਤ ਪਾਗ, ਜਿਹੜੇ ਸਿਰ ਤੇ ਪੂਰੇ ਵਲ ਕੱਢ ਕੱਢ ਕੇ ਪੱਗ ਬੰਨ੍ਹਣਾ ਨਾ, ਸੋ ਸਿਰ ਚੁੰਚ ਸਵਾਰ ਹੈ ਕਾਗ। ਕਾਂ ਤੇਰੇ ਸਿਰ ਵੱਲੋਂ ਵੇਖ ਕੇ ਚਿੰਝ ਤਿੱਖੀ ਕਰਦਾ ਵੀ ਕਿੱਦਣ ਇਹਦੀ ਵਾਰੀ ਆਵੇ ਤੇ ਇਹਦੇ ਸਿਰ ਨੂੰ ਖਾਵਾਂ। ਬਾਬਾ ਫਰੀਦ ਸਾਹਿਬ ਨੇ ਬੜੇ ਪਿਆਰੇ ਬਚਨ ਕੀਤੇ, ਕਹਿਣ ਲੱਗੇ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਇਹ ਸ਼ਬਦ ਹੈ ਉਹਨਾਂ ਦਾ। ਸ਼ੇਖ ਫਰੀਦ ਜੀ ਬੋਲਦੇ ਨੇ ਪਏ, ਕਹਿੰਦੇ, ਹੇ ਪਿਆਰੇ ਅੱਲਾ ਦੇ ਚਰਨੀ ਲੱਗ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਟਾਕਿਮ ਕੁੰਜੜੀਆਂ ਮਨੋ ਮਿਚੰਦੜੀਆਂ। ਇਹਦੇ ਵਿੱਚ ਇੱਕ ਬਚਨ ਕਹਿ, ਆਜ ਮਿਲਾਵਾ ਸ਼ੇਖ ਫਰੀਦ। ਫਰੀਦ ਸਾਹਿਬ ਕਹਿੰਦੇ, ਤੂੰ ਆਪਣੇ ਖੁਦਾ ਨੂੰ ਅੱਜ ਹੀ ਮਿਲ ਸਕਣਾ, ਦੂਰ ਨਹੀਂ ਹੋ, ਪਰ ਅੱਜ ਤਾਂ ਮਿਲੇਗਾ, ਔਖਾ ਕੰਮ ਹੈ। ਟਾਕਿਮ ਕੂੰਜੜੀਆਂ, ਕੂੰਜੜੀਆਂ ਕਹਿੰਦੇ ਨੇ ਜਿਹੜੀਆਂ ਕੂੰਜਾਂ ਜਦੋਂ ਬੋਲਦੀਆਂ ਨੇ ਤੇ ਕੁਰਲਾਉਂਦੀਆਂ ਨੇ। ਆਹ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਨਾ, ਅੱਖਾਂ ਨੱਕ ਆਦਿਕ ਕੂੰਜਾਂ, ਇਹਨਾਂ ਨੂੰ ਜੇ ਕੋਈ ਬੋਲਣੋਂ ਬੰਦ ਕਰਾ ਦੇ, ਇਹ ਅੱਖਾਂ ਨੂੰ ਬੋਲਣੋਂ ਬੰਦ ਕਰਾ ਦੇ, ਕੰਨਾਂ ਨੂੰ ਆਪਣੀ ਉਸਤਤ ਸੁਣਾਉਣ ਤੋਂ ਹਟਾ ਲਵੇ, ਰਸਨਾ ਨੂੰ ਸਾਰਾ ਦਿਨ ਖੱਟੇ ਮਿੱਠੇ ਸਵਾਦਾਂ ਤੋਂ ਉੱਚਾ ਚੁੱਕ ਲਵੇ, ਇਹਨੂੰ ਕਹਿੰਦੇ ਨੇ ਕੂੰਜੜੀਆਂ ਨੂੰ ਟੋਕ ਦੇਣਾ, ਬੰਦ ਕਰ ਦੇਣਾ। ਫਰੀਦ ਸਾਹਿਬ ਕਿਉਂਕਿ ਸਾਧ ਸੰਗਤ
ਵੱਡੀ ਦਾਤ ਪ੍ਰਾਪਤ ਕਰਨ ਵਾਸਤੇ ਛੋਟੀਆਂ ਤੇ ਛੱਡਣੀਆਂ ਪੈਣਗੀਆਂ। ਖਿਆਲ ਰੱਖਣਾ, ਛੱਡਣਾ ਨਹੀਂ ਅਸੀਂ 1 ਇੰਚ ਵੀ, ਤੇ ਚਾਹੁੰਦੇ ਹਾਂ ਸੱਚਖੰਡ ਜਿਉਂਦੇ ਜੀ ਹੱਥਾਂ ਵਿੱਚ ਆ ਜਾਏ। ਇਹ ਗੱਲ ਦੋਵੇਂ ਇਕੱਠੀ ਨਹੀਂ। ਛੋਟਾ ਛੱਡ ਤਾਂ ਕਿ ਵੱਡੇ ਨੂੰ ਪਾ ਸਕੇ। ਕੋਈ ਵੀ ਕੰਮ ਹੈ, ਕੋਈ ਵੀ ਕਾਰਜ ਹੈ, ਗੁਰੂ ਸਾਹਿਬ ਉਦਾਹਰਨ ਦਿੰਦੇ ਨੇ, ਇੱਕ ਜ਼ਿਮੀਂਦਾਰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕੰਮ ਕਰਦਾ ਹੈ। ਅੰਮ੍ਰਿਤ ਵੇਲੇ ਕੰਮ, ਇੱਕ ਚੀਜ਼ ਨੂੰ ਤਿਆਗਦਾ ਹੈ। ਉਹ ਤਿਆਗ ਵਿਕਾਸ ਦਾ ਰਸਤਾ ਹੈ। ਉਹ ਤਿਆਗਦਾ, ਬੜੀ ਮਿੱਠੀ ਨੀਂਦ ਹੁੰਦੀ ਸਵੇਰ ਦੀ, ਉਹਨੂੰ ਛੱਡ ਦਿੰਦਾ ਹੈ। ਉਹਦਾ ਤਿਆਗ ਹੀ ਉਹਦੇ ਰਸਤੇ ਦੇ ਵਿੱਚ ਵਿਕਾਸ ਬਣ ਜਾਂਦਾ ਹੈ। ਨੀਂਦ ਤਿਆਗੀ, ਧਨ ਵੱਧ ਗਿਆ। ਇੱਕ ਵਿਦਿਆਰਥੀ ਨੀਂਦ ਤਿਆਗਦਾ, ਅਹੁਦੇ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਜੇ ਤੇ ਜਾਣਾ ਕਿਸੇ ਅਹੁਦੇ ਤੇ, ਪੋਸਟ ਤੇ, ਵੈਸੇ ਕੋਈ ਪੋਸਟ ਨਹੀਂ ਸ਼ਬਦ ਵਰਤਣਾ ਪੈਂਦਾ ਹੈ, ਧਰਮ ਕੋਈ ਪੋਸਟ ਨਹੀਂ ਹੈ, ਤਾਂ ਜੇ ਤੇ ਕੁਝ ਵੱਡੀ ਥਾਂ ਤੇ ਜਾਣਾ ਤੇ ਛੋਟੇ ਕੰਮ ਤੇ ਕੁਝ ਨਾ ਕੁਝ ਤੇ ਤਿਆਗਣੇ ਪੈਣਗੇ ਨਾ। ਜੇ ਕਹੀਏ ਸੰਸਾਰ ਵਾਸਤੇ ਕੰਮ ਲਾ ਦਈਏ, ਸਾਰਾ ਸੰਸਾਰ ਵਾਸਤੇ ਪੂਰਾ ਸਮਾਂ ਲਾ ਦਈਏ, ਧਰਮ ਦਾ ਸਮਾਂ ਛੋਟਾ ਜਿਹਾ ਵੀ ਨਹੀਂ ਲਾ ਸਕਦੇ, ਫਿਰ ਮਿਲਦਾ ਨਹੀਂ ਕੁਝ। ਮਿਹਨਤ ਤੋਂ ਬਿਨਾਂ ਨਹੀਂ, ਪਰ ਸ਼ਰਮ ਜਿਹੜੀ ਹੈ ਜ਼ਰੂਰੀ ਹੈ ਬੜੀ। ਕੰਮ ਕਰਨਾ ਪਏਗਾ ਧਰਮੀ ਬੰਦੇ ਨੂੰ ਜੇ ਕਿਤੇ ਪਹੁੰਚਣਾ, ਨਹੀਂ ਤੇ ਫਿਰ ਆ ਦੂਸਰਾ ਕੰਮ ਤੇ ਚੱਲਦੀ। ਤੁਹਾਨੂੰ ਪਤਾ ਹੈ, ਜਿਹੜਾ ਆਦਮੀ ਪਹੁੰਚਦੇ ਕਿਤੇ ਨਹੀਂ, ਉੱਥੇ ਦਾ ਉੱਥੇ ਖੜਾ ਹੈ। ਕਦੀ ਅੰਨੋ ਦੀ, ਕਦੀ ਬੰਨੋ ਦੀ, ਕਦੀ ਪਰਬਤ ਵਾਲੀ ਰੰਨੋ ਦੀ, ਵਿੱਚ ਢੋਲ ਢਮੱਕਾ ਸਰਵਰ ਦਾ, ਤੇ ਵਿੱਚ ਗੱਲਬਾਤ ਬਾਬੇ ਨਾਨਕ ਦੀ ਵੀ ਚੱਲਦੀ ਹੈ। ਸਾਰਾ ਕੁਝ ਇਕੱਠੇ ਚੱਲੀ ਜਾਂਦਾ, ਕਿਤੇ ਨਹੀਂ ਪਹੁੰਚਦਾ, ਕਿਤੇ ਜਾਂਦਾ ਹੀ ਨਹੀਂ, ਕਿਉਂਕਿ ਕੰਮ ਨਹੀਂ ਕਰਦਾ ਧਰਮ ਦੇ ਉੱਤੇ, ਉਹਦੇ ਵਾਸਤੇ ਸਮਾਂ ਨਹੀਂ ਕੱਢਦਾ। ਕੋਈ ਵੀ ਕਾਰਜ ਹੈ ਸਮੇਂ ਦੀ ਤਾਂ ਮੰਗ ਕਰਦਾ ਹੈ, ਮਿਹਨਤ ਦੀ ਵੀ ਮੰਗ ਕਰਦਾ ਹੈ, ਤੇ ਉਸ ਸੁਭਾਅ ਦੀ ਤੇ ਨੀਅਤ ਦੀ ਵੀ ਮੰਗ ਕਰਦਾ ਹੈ। ਤਾਂ ਹੀ ਬੇਨਤੀ ਕਰ ਰਿਹਾ ਸਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤੇ ਸ਼ਲੋਕ ਆਦਮੀ ਦੇ ਹੱਥ ਲੂਜ ਕਰਾਉਣਾ ਚਾਹੁੰਦੇ, ਸੰਸਾਰ ਤੋਂ ਛਡਾਉਣਾ ਚਾਹੁੰਦੇ ਨੇ। ਢਿੱਲੇ ਕਰੇ ਥੋੜ੍ਹੇ ਜਿਹੇ, ਫੜਿਆ ਹੋਇਆ ਸੀ, ਇਹਦੇ ਹੱਥ ਖਾਲੀ ਹੋਣ, ਇਹਦਾ ਖਾਨਾ ਖਾਲੀ ਹੋਵੇ, ਤਾਂ ਕਿ ਵੱਡੀ ਚੀਜ਼ ਨੂੰ ਫੜ ਸਕੇ। ਪਹਿਲਾਂ ਹੱਥ ਖਾਲੀ ਕਰਾਉਣੇ ਨੇ, ਫੜਾਉਣ ਦੀ ਗੱਲ ਬਾਅਦ ਵਿੱਚ, ਪ੍ਰਾਪਤੀ ਬਾਅਦ ਵਿੱਚ, ਪਹਿਲਾਂ ਖਾਲੀ ਤੇ ਹੋਵੇ ਕੁਝ। ਇਸ ਲਈ ਇਹ ਉਪਦੇਸ਼ ਜਿੰਨੇ ਵੀ ਦਿੱਤੇ ਗਏ ਮੌਤ ਨਾਲ ਸੰਬੰਧਿਤ ਨੇ, ਸੰਸਾਰ ਦੀ ਅਸਲੀਅਤ ਦੱਸ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ। ਹਰ ਰੋਜ਼ ਉਪਜਦਾ ਹੈ ਤੇ ਹਰ ਰੋਜ਼ ਬਿਨਸ ਜਾਂਦਾ ਬੁਲਬੁਲਾ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਹੇ ਮਿੱਤਰ ਸੁਣ, ਹੇ ਪਿਆਰੇ ਸੁਣ, ਇਹ ਰਚਨਾ, ਇਹਦੀ ਸਿਰਜਣਾ ਇਸ ਤਰ੍ਹਾਂ ਦੀ ਕੀਤੀ ਗਈ ਹੈ, ਇਸ ਤਰ੍ਹਾਂ ਦੀ ਬੜੀ ਸਵਾਦਲੀ ਹੈ, ਜੋ ਬਣੇ ਤੇ ਮਿਟੇ, ਇਸ ਤਰ੍ਹਾਂ ਦਾ ਸਿਸਟਮ ਉਹਨੇ ਬਣਾਇਆ ਹੈ। ਅੱਗੇ ਬਚਨ ਕੀਤਾ ਸਾਹਿਬ ਕਹਿੰਦੇ, ਪ੍ਰਾਨੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਧ। ਪ੍ਰਾਣੀ ਦਾ ਅਰਥ ਹੈ ਜਿਹਦੇ ਵਿੱਚ ਪ੍ਰਾਣ ਚੱਲਦੇ ਹੋ, ਪਰ ਪ੍ਰਾਣੀ ਇਸ ਉੱਪਰ ਵਾਲੇ ਸ਼ਲੋਕ ਨੂੰ ਕਦੀ ਚੇਤੇ ਨਹੀਂ ਕਰਦਾ, ਕਦੀ ਯਾਦ ਹੀ ਨਹੀਂ ਕਰਦਾ। ਦੋ ਸੰਭਾਵਨਾਵਾਂ ਨੇ ਜ਼ਿੰਦਗੀ ਦੀਆਂ। ਇੱਕ ਤੇ ਮੈਂ ਬੇਨਤੀ ਕੀਤੀ ਸੀ ਹਵਸ਼, ਹਵਾ ਜਿਹੜਾ ਸ਼ਬਦ ਬਣਿਆ, ਇਸਲਾਮ ਨੇ ਕਿਹਾ ਹਵਾ ਤੋਂ ਸੰਸਾਰ ਬਣੇ। ਹਵਾ ਇਸਤਰੀ ਸੀ, ਆਦਮ ਤੇ ਹਵਾ ਦੇ ਸੁਮੇਲ ਤੋਂ ਸੰਸਾਰ ਬਣੇ। ਅਸਲ ਵਿੱਚ ਹਵਾ ਦੇ ਅਰਥ ਨੇ ਹਵਸ਼। ਹਵਾ ਦੇ ਹੋਰ ਕੋਈ ਅਰਥ ਨਹੀਂ। ਹਵਸ਼ ਤੋਂ ਸੰਸਾਰ ਬਣਿਆ, ਤ੍ਰਿਸ਼ਨਾ ਤੋਂ, ਹਵਸ਼ ਵਿੱਚੋਂ ਪੈਦਾਇਸ਼ ਹੋਈ ਸੰਸਾਰ ਦੀ। ਤਾਂ ਇਹ ਮਨੁੱਖ ਜਿਹੜੀ ਥਾਂ ਤੇ ਬੰਦਾ ਰਹਿੰਦਾ ਹੋਵੇ, ਉਹਦੀ ਅਸਲੀਅਤ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਸਤਿਗੁਰੂ ਨੇ ਇੱਕ ਜੀਵਨ ਦੀ ਦਸ਼ਾ ਦੱਸੀ, ਨਹੀਂ ਤੇ ਇੱਥੇ ਇੱਕ ਗੱਲ ਹੋ ਜਾਏ ਕਿ ਮੌਤ ਮੰਗੀ ਜਾ ਰਹੀ ਹੈ। ਸਤਿਗੁਰੂ ਨੇ ਉਹਦੇ ਤੋਂ ਵੀ ਅੱਗੇ ਜਾ ਕੇ ਇਨਕਾਰ ਕੀਤਾ। ਉਹ ਕਹਿੰਦੇ ਨਹੀਂ, ਨਾ ਤੂੰ ਮਰਨ ਦੀ
ਮਰਨ ਵੱਲ ਤੁਰ ਤੇ ਜੀਵਨ ਦੀ ਆਸ ਬਹੁਤੀ ਨਾ ਕਰ। ਜੇ ਤੂੰ ਸੁਖੀ ਰਹਿਣਾ ਹੈ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮਰਨ ਦੀ ਚਿੰਤਾ ਨਹੀਂ ਕਿ ਜ਼ਰੂਰ ਮਰਾਂ ਹੀ, ਜਿਉਣਾ ਵੀ ਚਾਹੁੰਦਾ ਹੈ, ਪਰਵਾਹ ਨਹੀਂ। ਪਰ ਮੌਤ ਆ ਜਾਏ ਤੇ ਕੋਈ ਉਹਨੂੰ ਇਨਕਾਰ ਵੀ ਨਹੀਂ ਹੈ, ਉਹਨੂੰ ਵੀ ਵੈਲਕਮ ਹੈ, ਉਹਦੇ ਵਾਸਤੇ ਤਿਆਰ ਖੜਾ ਹੈ। ਇਸ ਤਰ੍ਹਾਂ ਦਾ ਜੀਵਨ ਸਤਿਗੁਰੂ ਦੱਸਣਾ ਚਾਹੁੰਦੇ। ਪਰ ਇਹ ਪ੍ਰਾਣੀ, ਇਹ ਮਨੁੱਖ ਇਸ ਤਰ੍ਹਾਂ ਦੀ ਗੱਲ ਨੂੰ ਕਦੀ ਚੇਤੇ ਨਹੀਂ ਕਰਦਾ। ਪ੍ਰਾਣੀ ਕਛੂ ਨਾ ਚੇਤਾ ਹੀ, ਇਹਨੂੰ ਚੇਤਾ ਹੀ ਨਹੀਂ ਆਉਂਦਾ। ਜਦੋਂ ਜਨਮ ਲੈਣਾ ਸੀ, ਜਨਮ ਤੋਂ ਕੁਝ ਪਲ ਪਹਿਲਾਂ ਇਹ ਸਾਰੀਆਂ ਚੀਜ਼ਾਂ ਚੇਤੇ ਵਿੱਚ ਸਨ, ਉੱਥੇ ਗਿਆਨ ਹੁੰਦਾ ਹੈ। ਇਹ ਇੱਕ ਬਹੁਤ ਵੱਡਾ ਕੁਦਰਤ ਦਾ ਨਿਯਮ ਹੈ। ਜਦੋਂ ਦੇਸ਼ ਬਦਲਦਾ ਹੈ ਤੇ ਪਿਛਲੀ ਯਾਦਾਸ਼ਤ ਸਾਫ਼ ਹੋ ਜਾਂਦੀ, ਟੁੱਟ ਜਾਂਦੀ, ਉਹਦੇ ਨਾਲੋਂ ਕਨੈਕਸ਼ਨ ਟੁੱਟ ਜਾਂਦੇ ਨੇ, ਇਹ ਖਤਮ ਹੋ ਜਾਂਦੇ ਨੇ। ਜਿਵੇਂ ਅਸੀਂ ਹੁਣ ਇੱਥੇ ਆ ਨਾ, ਇਸ ਧਰਤੀ ਤੇ ਆ, ਤਾਂ ਜਦੋਂ ਇਹਨੂੰ ਛੱਡਾਂਗੇ ਸੰਸਾਰ ਮਿਟ ਜਾਏਗਾ, ਪਤਾ ਨਹੀਂ ਲੱਗਣਾ ਕਿੱਥੋਂ ਆਏ ਸੀ। ਫਿਰ ਜਦੋਂ ਅੱਗੇ ਜਨਮ ਲੈਣਾ ਹੈ, ਹੁਣ ਜਿੱਥੇ ਜਨਮ ਲਿਆ ਹੈ, ਸਾਨੂੰ ਪਿਛਲਾ ਨਹੀਂ ਪਤਾ ਕਿੱਥੋਂ ਆਏ ਹਾਂ। ਇਹ ਵੈਸੇ ਠੀਕ ਵੀ ਹੈ ਸੰਸਾਰ ਨੂੰ ਚਲਾਉਣ ਵਾਸਤੇ, ਪਰ ਇਹ ਮਨੁੱਖ ਇੱਕ ਗੱਲ ਨੂੰ ਪੂਰੀ ਤਰ੍ਹਾਂ ਐਗਰੀਮੈਂਟ ਲੈ ਕੇ ਆਉਂਦਾ ਸੰਸਾਰ ਵਿੱਚ ਪਰਮਾਤਮਾ ਨਾਲ। ਜਨਮ ਇਹਦਾ ਹੁੰਦਾ ਹੀ ਤਾਂ ਹੈ। ਇਹ ਇੱਛਾ ਹੀ ਇਸ ਨੂੰ ਜਨਮਧਾਰੀ ਬਣਾਉਂਦੀ ਹੈ ਕਿ ਮੈਂ ਜਨਮ ਲੈਣ ਤੋਂ ਬਾਅਦ ਜਿੱਥੇ ਕੰਮ ਕਰਾਂਗਾ, ਜਿੱਥੇ ਸੰਸਾਰ ਵਿੱਚ ਵਿਚਰਾਂਗਾ, ਉੱਥੇ ਕੁਦਰਤ ਮੰਗ ਕਰਦੀ ਹੈ ਕਿ ਤੂੰ ਮੈਨੂੰ ਪਿਆਰ ਕਰ। ਮਨੁੱਖ ਬਣਾਏ ਇਸ ਵਾਸਤੇ ਗਿਆ ਹੈ, ਇਹਦਾ ਹੋਰ ਕੋਈ ਪ੍ਰਯੋਜਨ ਨਹੀਂ ਸੀ। ਆਦਮੀ ਦਾ ਪ੍ਰਯੋਜਨ ਪਰਮਾਤਮਾ ਵੱਲ ਕੋਈ ਨਹੀਂ ਸੀ ਹੋਰ। ਪਰਮਾਤਮਾ ਨੇ ਇਹਨੂੰ ਘੜੇ ਤਾਂ ਇੱਕ ਵੱਖਰੀ ਜੋਨੀ ਹੈ। ਪ੍ਰੇਮ ਸਿਰਫ ਇਹਦੇ ਵਿੱਚ ਹੀ ਹੋ ਸਕਦਾ ਹੈ। ਕੋਈ ਕੁੱਤਾ, ਕੋਈ ਗਧਾ, ਕੋਈ ਪਸ਼ੂ ਪਰਮਾਤਮਾ ਨੂੰ ਪ੍ਰੇਮ ਨਹੀਂ ਕਰ ਸਕਦਾ। ਬਸ ਇਹੀ ਵਖਰੇਵਾਂ ਹੈ ਮਨੁੱਖ ਵਿੱਚ ਔਰ ਆਮ ਜੂਨਾਂ ਦੇ ਵਿੱਚ। ਇਸ ਕਰਕੇ ਆਦਮੀ ਨੂੰ ਸਮਝਾਇਆ ਗਿਆ ਹੈ ਕਿ ਤੈਨੂੰ ਬੜੀ ਸੁੰਦਰ ਦੇਹ ਮਿਲੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮੈਂ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਰੰਜਾਮ ਕਹਿੰਦੇ ਨੇ ਉਦਮ ਕਰਨਾ, ਉਦਮ ਕਰ ਕਹਿੰਦੇ। ਸਰੰਜਾਮ ਲਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਇਹ ਜਿਹੜਾ ਮਨੁੱਖ ਸਰੀਰ ਬਣਿਆ ਇੱਕੋ ਹੀ ਹੈ ਕਿ ਜਿਹਦੇ ਵਿੱਚ ਉੱਚਾ ਉੱਠ ਕੇ ਪਰਮਾਤਮਾ ਨੂੰ ਪ੍ਰੇਮ ਕਰਨ ਦੀ ਅੰਦਰ ਸ਼ਕਤੀ ਪਾਈ ਹੈ, ਸੁਰਤ ਦਿੱਤੀ ਹੈ। ਦੂਜੀਆਂ ਜੂਨਾਂ ਵਿੱਚ ਨਹੀਂ। ਪਰ ਇੱਥੇ ਆਉਂਦਿਆਂ ਸਾਰ ਚੇਤਾ ਭੁੱਲ ਗਿਆ, ਯਾਦ ਨਿਕਲ ਗਈ ਵਿੱਚੋਂ। ਬਸ ਜਨਮ ਦੀ ਚੋਟ, ਜਨਮ ਦੀ ਘਟਨਾ, ਪਹਿਲਾ ਸਵਾਸ, ਯਾਦ ਅੰਦਰੋਂ ਸਾਫ਼ ਹੋ ਗਈ, ਚੇਤਾ ਭੁੱਲ ਗਿਆ। ਹੁਣ ਹੋਰ ਤੇ ਸਾਰੇ ਪ੍ਰਬੰਧ ਹੋ ਜਾਂਦੇ ਨੇ, ਫਿਜ਼ੀਕਲ ਤੌਰ ਤੇ ਸਾਰੇ ਪ੍ਰਬੰਧ ਨੇ ਕਿ ਬੱਚੇ ਨੇ ਜਨਮ ਲੈਣਾ, ਜਨਮ ਤੋਂ ਪਹਿਲਾਂ ਹੀ ਦਵਾਈਆਂ ਉਸ ਦੀਆਂ ਦਿੱਤੀਆਂ ਜਾਂਦੀਆਂ ਨੇ। ਜਨਮ ਸਮੇਂ ਨੂੰ ਇਹ ਰੋਗ ਲੱਗ ਸਕਦਾ, ਉਹਦੇ ਲਈ ਪਹਿਲਾਂ ਦਵਾਈ ਤਿਆਰ ਹੈ। ਬਸ ਸੰਸਾਰ ਵਿੱਚ ਦੁੱਖ ਇੱਕੋ ਕਾਰਨ ਇਹ ਹੈ। ਸੰਸਾਰ ਦੇ ਵਿੱਚ ਦੁੱਖ ਹੀ ਤਾਂ ਹੈ, ਫਿਜ਼ੀਕਲੀ ਮੈਡੀਕਲ ਤੇ ਹੈ, ਤੇ ਸਰੀਰ ਦੀ ਦਵਾਈ ਤੇ ਹੈ ਬੰਦੇ ਕੋਲ। ਜਨਮ ਤੋਂ ਪਹਿਲੇ ਦੇਣੀ ਸ਼ੁਰੂ ਕਰ ਦਿੰਦੇ ਨੇ, ਮਾਂ ਦੇ ਪੇਟ ਵਿੱਚ ਹੀ, ਜਨਮ ਤੋਂ ਬਾਅਦ ਵੀ ਬਣਾਈਆਂ ਨੇ। ਬਸ ਇਹਨੇ ਇੱਕ ਹੀ ਉਪਰਾਲਾ ਨੇ ਕੀਤਾ, ਸਰੀਰ ਦੀ ਦਵਾਈ ਤੇ ਦਿੱਤੀ, ਇਹਦੀ ਆਪਣੀ ਦਵਾਈ ਇਹਨੂੰ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਬੰਦੇ ਨੂੰ ਇਹ ਵੀ ਦੱਸਿਆ ਜਾ ਤੈਨੂੰ ਨਾਮ ਚਾਹੀਦਾ ਜਿਹਦੇ ਵਿੱਚੋਂ ਤੂੰ ਜਨਮ ਲਿਆ, ਉਹ ਇਹਦੇ ਕੋਲ ਹੈ ਹੀ ਨਹੀਂ, ਕੋਈ ਪ੍ਰਬੰਧ ਨਹੀਂ ਸਾਡੇ ਕੋਲ। ਇਹ ਜਿਹੜਾ ਸੀ ਬੜਾ ਜ਼ਰੂਰੀ ਸੀ ਵਿਸ਼ਾ, ਕਿ ਨਾਲ ਨਾਲ ਸ਼ਬਦ ਦੀ ਖੁਰਾਕ। ਪੁਰਾਣੇ ਸਮੇਂ ਦੇ ਵਿੱਚ ਜਦੋਂ ਬੱਚੇ ਨੇ ਜਨਮ ਲੈਣਾ ਹੁੰਦਾ ਸੀ ਘਰਾਂ ਦੇ ਵਿੱਚ, ਤਾਂ ਹੀ ਇਹ ਸ਼ਬਦ ਪੜ੍ਹੇ ਜਾਂਦੇ ਸਨ। ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਕਿਉਂਕਿ ਉਹ ਬੜੇ ਸਿਆਣੇ ਲੋਕ ਸਨ, ਅਸੀਂ ਉਹਨਾਂ ਨੂੰ ਕਹਿੰਦੇ ਸਾਂ ਵੀ ਇਹ ਪੁਰਾਣੇ ਹੋ ਗਏ ਨੇ, ਹੁਣ ਅਸੀਂ ਮਾਡਲ ਹੋ ਗਏ। ਅਸੀਂ ਪੜ੍ਹੇ ਲਿਖੇ ਮੂਰਖ ਬਿਲਕੁਲ ਬਣ ਗਏ। ਮੂਰਖਤਾ ਕਿ ਅਸੀਂ ਉਸ ਖੱਡ ਵੱਲ ਜੀਵਨ ਧੱਕ ਦਿੱਤਾ ਹੈ ਜਿੱਥੋਂ ਪਰਤ ਕੇ ਆਦਮੀ ਨਿਕਲ ਨਹੀਂ ਸਕਦਾ। ਬੜੇ ਸਿਆਣੇ ਲੋਕ ਸਨ ਉਹ,
ਜਿਨ੍ਹਾਂ ਨੂੰ ਪਤਾ ਸੀ ਕਿ ਜਿੰਨੇ ਜਨਮ ਲੈਣਾ, ਜਿੱਥੇ ਉਹਦਾ ਸਰੀਰ ਅਰੋਗ ਹੋਣਾ ਚਾਹੀਦਾ, ਉਹਦੀ ਖੁਰਾਕ ਚਾਹੀਦੀ, ਇਹਦੀ ਆਤਮਾ ਦੀ ਖੁਰਾਕ ਪਹਿਲਾਂ ਹੀ ਸ਼ੁਰੂ ਹੋਵੇ। ਇਸ ਕਰਕੇ ਉਸ ਮਾਂ ਨੂੰ ਤਾਕੀਦ ਕੀਤੀ ਜਾਂਦੀ ਸੀ ਕਿ ਬੱਚੇ ਨੂੰ ਖੁਰਾਕ ਦੇ। ਉਹ ਸ਼ਬਦ ਦੀ ਖੁਰਾਕ ਮਿਲਦੀ ਸੀ ਉਸ ਨੂੰ। ਬੱਚੇ ਦਾ ਸੁਭਾਅ ਕੁਦਰਤੀ ਧਾਰਮਿਕ ਹੁੰਦਾ ਸੀ, ਆਪਣੇ ਆਪ ਸਿਖਾਉਣਾ ਨਹੀਂ ਸੀ ਪੈਂਦਾ। ਹੁਣ ਜਿਹੜੇ ਬੱਚੇ ਨੂੰ ਜਨਮ ਤੋਂ ਪਹਿਲਾਂ ਜਿਸ ਦੀ ਮਾਂ ਬਾਣੀ ਨਾਲ ਨਹੀਂ ਜੁੜੀ, ਔਰ ਬੜੇ ਹੀ ਇਸ ਤਰ੍ਹਾਂ ਦੇ ਪ੍ਰਬੰਧ ਆ ਚੁੱਕੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਧਨ ਬਹੁਤ ਹੋ ਚੁੱਕੇ ਨੇ, ਬੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣ ਚੁੱਕੀਆਂ ਨੇ। ਵੈਸੇ ਉਹ ਪ੍ਰਗਟ ਹੁੰਦੀਆਂ ਨੇ ਬਾਹਰ, ਜਦੋਂ ਅਸੀਂ ਵਸਤਰ ਪਹਿਨਦੇ ਹਾਂ ਨਾ ਪਤਾ ਲੱਗਦਾ ਅਸੀਂ ਵੇਖਦੇ ਕੀ ਹਾਂ। ਆਦਮੀ ਜੋ ਕੁਝ ਵੇਖਦਾ ਹੈ ਟੈਲੀਵਿਜ਼ਨ ਦੇ ਰਾਹੀਂ, ਨੈੱਟ ਦੇ ਰਾਹੀਂ, ਉਹ ਪ੍ਰਗਟ ਕਰੇਗਾ ਬਾਹਰ, ਉਹਦੇ ਵਿੱਚੋਂ ਨਿਕਲੇਗਾ। ਤਾਂ ਇਹ ਚੀਜ਼ਾਂ ਅਸੀਂ ਉਸ ਬੱਚੇ ਤੱਕ ਪਹਿਲਾਂ ਹੀ ਪਹੁੰਚਾ ਦਿੱਤੀਆਂ, ਜਨਮ ਤੋਂ ਪਹਿਲਾਂ ਹੀ। ਹੁਣ ਜਦੋਂ ਜਨਮ ਲੈਂਦਾ ਕਹਿੰਦੇ ਜੀ ਭਾਈ ਸਾਹਿਬ ਨੂੰ ਲਿਆਓ ਭੱਜ ਕੇ, ਇਹਨੂੰ ਅੰਮ੍ਰਿਤ ਛਕਾ ਦੇਣ। ਹੁਣ ਉਹ ਵਿਚਾਰੇ ਆਉਣਗੇ, ਉਹ 5 ਪੌੜੀਆਂ ਪੜ੍ਹ ਕੇ ਅੰਮ੍ਰਿਤ ਛਕਾ ਦਿੰਦੇ ਨੇ। ਕਹਿੰਦੇ ਜੀ ਹੁਣ ਬਸ ਸਿੰਘ ਹੋ ਗਿਆ ਗੁਰੂ ਦਾ। ਤੇ ਇਸ ਸਿੰਘ ਨੂੰ ਸਾਲ ਪਹਿਲਾਂ ਕੀ ਦਿੱਤਾ ਅੰਦਰ? ਉੱਥੇ ਕਦੀ ਜਪਜੀ ਸਾਹਿਬ ਗਿਆ? ਹੁਣ ਭਾਈ ਸਾਹਿਬ ਕੀ ਕਰਨਗੇ? ਫਿਰ ਥੋੜ੍ਹਾ ਜਿਹਾ ਵੱਡਾ ਹੋਵੇਗਾ ਜੀ, ਫਿਰ ਜਦੋਂ ਹੁਣ ਅੰਦਰ ਜਿਹੜੀ ਜੜ ਵਿੱਚ ਬੈਠ ਗਈ ਚੀਜ਼, ਉਹ ਤੇ ਬਾਹਰ ਪ੍ਰਗਟ ਹੋਵੇਗੀ। ਫਿਰ ਉਪਦੇਸ਼ ਦੇਣਗੇ ਜੀ ਇਹ ਆਗੂ ਨਹੀਂ ਠੀਕ, ਤਾਂ ਨਹੀਂ ਅਸੀਂ ਧਰਮੀ ਬੱਚੇ ਧਾਰਮਿਕ। ਬੱਚੇ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਘਰ ਤੋਂ ਸ਼ੁਰੂ ਹੁੰਦੀ ਹੈ, ਬਾਹਰੋਂ ਨਹੀਂ। ਇਹ ਠੀਕ ਹੈ ਕੁਝ ਲੋਕ ਵੱਖਰੇ ਨੇ, ਉਹ ਵੱਖਰਾ ਸਿਸਟਮ ਹੈ ਹਰਨਾਕਸ਼ ਤੇ ਪ੍ਰਹਿਲਾਦ ਦਾ, ਉਹ ਹੋ ਰਹੇ। ਉਹ ਲੱਖਾਂ ਵਿੱਚੋਂ ਕਿਤੇ ਇੱਕ ਹੁੰਦਾ ਹੈ ਕਿ ਮਾਂ-ਬਾਪ ਧਾਰਮਿਕ ਤੇ ਯਤਨ ਕਰਦੇ ਨੇ, ਫਿਰ ਵੀ ਉਹ ਧਾਰਮਿਕ ਨਹੀਂ ਹੁੰਦਾ। ਉਹਦੇ ਵਿੱਚ ਮਾਂ-ਬਾਪ ਦਾ ਦੋਸ਼ ਨਹੀਂ ਹੈ। ਮਾਂ-ਬਾਪ ਦਾ ਫਰਜ਼ ਹੈ ਆਪਣਾ ਫਰਜ਼ ਪੂਰਾ ਕਰਨਾ, ਉਹਦੇ ਤੋਂ ਅਣਗਹਿਲੀ ਨਾ ਕਰਨੀ। ਉਹਦੇ ਤੋਂ ਅੱਗੇ ਕੀ ਹੁੰਦਾ ਹੈ, ਇਹ ਕੁਦਰਤ ਦੇ ਹੱਥ ਵਿੱਚ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਤਰੀਕੇ ਦੱਸੇ ਗਏ, ਉਹਨੂੰ ਹੀ ਸਤਿਗੁਰੂ ਕਹਿ ਰਹੇ ਨੇ ਕਿ ਆਦਮੀ ਪ੍ਰਾਣੀ ਕਛੂ ਨਾ ਚੇਤਈ, ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ। ਇਹਨੇ ਇਸ ਧਰਤੀ ਤੇ ਆ ਕੇ ਕੀ ਕਰਨਾ ਸੀ, ਕਿਉਂ ਨਹੀਂ ਕਰਦਾ? ਸਾਹਿਬ ਕਹਿੰਦੇ ਮਦ ਮਾਇਆ ਕੈ ਅੰਧ, ਇਹ ਮਾਇਆ ਦੇ ਮਦ ਵਿੱਚ, ਮਾਇਆ ਦੇ ਨਸ਼ੇ ਵਿੱਚ ਅੰਧਾ ਹੋ ਜਾਂਦਾ ਹੈ। ਇਹਨੂੰ ਦਿਸਦਾ ਨਹੀਂ, ਇਹਨੂੰ ਸੁੱਝਦਾ ਨਹੀਂ, ਇਸ ਨੂੰ ਚੇਤਾ ਨਹੀਂ ਆਉਂਦਾ। ਤੇ ਫਿਰ ਇਹਦਾ ਰਿਜ਼ਲਟ, ਇਹਦਾ ਸਿੱਟਾ ਕੀ ਹੈ? ਕਹਿੰਦੇ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਕੀ ਕਮੀ ਆਉਂਦੀ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ? ਕੀ ਘਟ ਜਾਂਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਮ ਦੀ ਫੰਦ, ਜਮਾਂ ਦੀ ਫਾਹੀ ਉਹਦੇ ਗਲ ਵਿੱਚ ਪੈ ਜਾਂਦੀ ਹੈ। ਉਹਨੂੰ ਜਮ ਘੇਰ ਲੈਂਦੇ ਨੇ, ਉਹ ਜਮਾਂ ਦੇ ਹੱਥਾਂ ਵਿੱਚ ਆ ਜਾਂਦਾ ਹੈ, ਉਹਨਾਂ ਦੇ ਹੱਥਾਂ ਵਿੱਚ ਫਸਦਾ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਆਓ, ਇੱਥੇ ਸਮਾਪਤੀ ਹੈ, ਔਰ ਸਵੇਰੇ ਫਿਰ ਆਪਾਂ ਇਹ ਵਿਚਾਰਾਂ ਸਾਂਝੀਆਂ ਕਰਾਂਗੇ। ਰਹਿਰਾਸ ਸਾਹਿਬ ਦਾ ਸਮਾਂ ਹੋ ਚੁੱਕਾ ਹੈ। ਬਾਣੀ ਨਾਲ ਜੁੜੀਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।